ਝੋਨਾ ਜਾਂ ਕਣਕ ਜ਼ਿਆਦਾਤਰ ਪੰਜਾਬ ਦੇ ਵਿੱਚ ਬੀਜਿਆ ਜਾਂਦਾ ਹੈ। ਬਿਲਕੁਲ ਪਰ ਇਹਦੇ ਵਿਚਕਾਰ ਕੋਈ ਤਕਰੀਬਨ 2-2.5 ਮਹੀਨੇ ਦਾ ਜਿਹੜਾ ਸਮਾਂ ਹੈ, ਆਪਣੀ ਜ਼ਮੀਨ ਵਿਹਲੀ ਹੁੰਦੀ ਹੈ। ਜੀ ਮੈਂ ਸੋਚਿਆ ਕਿਉਂ ਨਾ ਇਸ ਜਿਹੜਾ ਪੀਰੀਅਡ ਦੇ ਵਿੱਚ ਆਪਾਂ ਇਹਦੇ ਵਿੱਚੋਂ ਕੋਈ ਆਮਦਨ ਲਈ ਜਾਵੇ, ਪਰ ਆਮਦਨ ਵੀ ਇਸ ਤਰ੍ਹਾਂ ਦੀ ਲਈ ਜਾਵੇ ਜਿਸ ਨਾਲ ਜ਼ਮੀਨ ਦਾ ਤਾਕਤ ਵੀ ਮਿਲੇ, ਉਹਨੂੰ ਖਾਦ ਵੀ ਮਿਲੇ, ਆਪਾਂ ਨੂੰ ਆਮਦਨ ਵੀ ਵੱਖਰੀ ਹੋਵੇ। ਬਿਲਕੁਲ ਦੇਖ ਸਕਦੇ ਹੋ ਜਿਸ ਤਰ੍ਹਾਂ ਯੂਨੀਵਰਸਿਟੀ ਐਵਰੇਜ ਝਾੜ ਹੈ ਜਿਹੜਾ ਇਸ ਵੈਰਾਈਟੀ ਦਾ ਤਕਰੀਬਨ 5 ਕੁਇੰਟਲ ਦੱਸਦੀ ਹੈ, ਬਿਲਕੁਲ। ਪਰ ਉਹ ਨਾਲ ਇਹ ਵੀ ਕਹਿੰਦੀ ਹੈ ਜੇ ਮੌਸਮ ਸਹੀ ਰਹਿ ਜੇ, ਟਾਈਮ ਤੇ ਬਿਜਾਈ ਹੋ ਜੇ ਤੇ ਸੰਭਾਲ ਚੰਗੀ ਹੋ ਜੇ ਤਾਂ ਇਹ 7-8 ਕੁਇੰਟਲ ਕਿੱਲੇ ਤੱਕ ਵੀ ਪਹੁੰਚ ਸਕਦੀ ਹੈ ਜੀ। ਤੇ ਸਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਇਹਨੂੰ ਫਲ ਹੈ ਇਹ ਤਕਰੀਬਨ 7 ਕੁਇੰਟਲ ਦੇ ਨਜ਼ਦੀਕ ਪਹੁੰਚ ਜੂਗਾ ਦਾ ਝਾੜ ਪਰ ਏਕੜ ਜੀ, ਤਕਰੀਬਨ 135-40 ਕੁਇੰਟਲ ਹੋ ਜੂਗੀ ਜੀ। ਇਹ ਸਾਰਾ ਲਾ ਕੇ 4,4500 ਖਰਚਾ ਪਰ ਏਕੜ ਦਾ ਪੈਂਦਾ, ਪਰ ਤੁਸੀਂ 5,000 ਮੰਨ ਕੇ ਚੱਲੋ ਜੀ। ਤੇ ਪਰ ਤੁਸੀਂ ਮੋਟੀ ਜੇ ਆਪਾਂ ਘੱਟ ਤੋਂ ਘੱਟ ਲਾਈਏ, ਯੂਨੀਵਰਸਿਟੀ ਸਾਨੂੰ ਜੇ 5 ਕੁਇੰਟਲ ਵੀ ਝਾੜ ਲਾਈਏ ਤੇ ਤੁਸੀਂ MSP ਦਾ ਹੀ ਤੁਸੀਂ ਲਾ ਲਈਏ ਆਪਾਂ ਤਾਂ ਮੇਰੇ ਹਿਸਾਬ 'ਚ 37-38 ਹਜ਼ਾਰ ਰੁਪਈਆ ਪਰ ਏਕੜੇ ਦੀ ਆਮਦਨ ਹੋ ਜਾਂਦੀ ਹੈ। ਅਗਰ ਮੇਰੇ ਕੋਲੇ ਕੋਈ ਸਾਡਾ ਕਿਸਾਨ ਭਰਾ ਉਤਸ਼ਾਹਿਤ ਹੋ ਕੇ ਇਸ ਪਾਸੇ ਆਉਣਾ ਚਾਹੁੰਦਾ ਹੈ ਤਾਂ ਮੈਂ ਉਹਦੀ ਜੋ ਵੀ ਮਦਦ ਹੈ ਜੀ ਫੁੱਲ ਮਦਦ ਕਰਾਂਗਾ, ਚਾਹੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਬੀਜ ਚਾਹੀਦਾ ਜਾਂ ਕੋਈ ਵੀ ਜੋ ਮੈਂ ਕਰ ਸਕਦਾ ਜੀ। ਇੱਕ ਬੁੱਟਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਇੱਕ ਤੁਹਾਡੇ ਰਾਹੀਂ ਤੁਹਾਡੇ ਦਰਸ਼ਕਾਂ ਸ਼ੇਅਰ ਕਰਨਾ ਚਾਹੁੰਦਾ ਤੇ ਸਰਕਾਰਾਂ ਨੂੰ ਵੀ ਅਪੀਲ ਕਰਦਾ ਹਾਂ ਵੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਆਪਾਂ ਵੀ ਆਪਣੀ ਜਿਹੜੀ ਇੱਥੋਂ ਦੀ ਮਿੱਟੀ ਪਾਉਣ ਪਾਣੀ ਹੈ ਵੀ ਇੱਥੇ ਤਕਰੀਬਨ ਹਰ ਤਰ੍ਹਾਂ ਦੀ ਫਸਲ ਉਗਾਈ ਜਾ ਸਕਦੀ ਹੈ ਤੇ ਜੇ ਸਰਕਾਰਾਂ ਥੋੜ੍ਹਾ ਇਸ ਵੱਲ ਧਿਆਨ ਦੇਣ ਵੀ ਜਿਸ ਤਰ੍ਹਾਂ ਆਪਣਾ ਪੰਜਾਬ ਹੈ ਇਹਦੇ ਵੱਖ-ਵੱਖ ਜ਼ੋਨ ਬਣਾ ਦਿੱਤੇ ਜਾਣ। ਮੰਨ ਲਓ ਵੀ ਕੁਛ ਏਰੀਆ ਜੇ ਇੱਥੇ ਥੋੜ੍ਹਾ ਰਤੀਲਾ ਹੈ ਉੱਥੇ ਉਸ ਤਰ੍ਹਾਂ ਦੀਆਂ 2-3 ਫਸਲਾਂ ਨੋਟੀਫਾਈ ਕਰਕੇ ਉਹਨਾਂ ਨੂੰ ਕਿਸਾਨਾਂ ਨੂੰ ਜਿਹੜੀਆਂ ਬਜਾਈਆਂ ਜਾਣ ਅਤੇ ਉਹਨਾਂ ਦਾ ਮੰਡੀਕਰਨ ਉੱਥੇ ਉਹਨਾਂ ਨੂੰ ਪੂਰਾ ਰੇਟ ਦੇ ਕੇ ਉੱਥੇ ਲੋਕਲ ਲੈਵਲ 'ਤੇ ਕੀਤਾ ਜਾਵੇ। ਸਫਲ ਕਿਸਾਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਤਰਸੇਮ ਸਿੰਘ ਬੁੱਟਰ ਬੰਗੀ ਦੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜੇਕਰ ਅਸੀਂ ਦੇਖੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਖੇਤਾਂ ਦੇ ਵਿੱਚ ਜਿੱਥੇ ਸਾਡੇ ਕਿਸਾਨ ਝੋਨੇ ਦੀ ਕਾਸ਼ਤਕਾਰੀ ਕਰ ਰਹੇ ਆ, ਝੋਨਾ ਲਾ ਰਹੇ ਆ ਤੇ ਨਾਲੋਂ ਨਾਲ ਕੁਝ ਖੇਤਾਂ ਦੇ ਵਿੱਚ ਵੱਡੇ ਪੱਧਰ 'ਤੇ ਮੂੰਗੀ ਦੀ ਫਸਲ ਦਿਖਾਈ ਦੇ ਰਹੀ ਹੈ। ਕਈ ਥਾਵਾਂ 'ਤੇ ਮੱਕੀ ਦੀ ਬਿਜਾਈ ਕੀਤੀ ਹੋਈ ਹੈ ਤੇ ਕਈ ਥਾਵਾਂ 'ਤੇ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਅੱਖਾਂ ਨੂੰ ਬੜਾ ਸਕੂਨ ਦੇ ਰਹੀਆਂ ਨੇ। ਖੇਤਾਂ ਦੇ ਵਿੱਚ ਬੜੀ ਬਹਾਰ ਹੈ। ਇਹ ਉਹ ਕਿਸਾਨ ਨੇ ਜਿਹੜੇ ਇੱਕ ਸਾਲ ਦੇ ਵਿੱਚ 3-3 ਫਸਲਾਂ ਲੈਂਦੇ ਨੇ। ਤਾਂ ਉਹਨਾਂ ਕਿਸਾਨਾਂ ਦੇ ਵਿੱਚੋਂ ਇੱਕ ਹੈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗੂ ਦੇ ਸਾਬਕਾ ਸਰਪੰਚ ਸਰਦਾਰ ਸਤਵਿੰਦਰ ਸਿੰਘ ਜੀ ਮਾਨ। ਸਤਵਿੰਦਰ ਸਿੰਘ ਮਾਨ ਨੇ ਇੱਕ ਸੀਜ਼ਨ ਦੇ ਵਿੱਚ ਇੱਕ ਸਾਲ ਦੇ ਵਿੱਚ 3 ਫਸਲਾਂ ਲੈਣ ਦਾ ਅਹਿਦ ਲਿਆ ਹੋਇਆ ਹੈ ਤੇ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਮੂੰਗੀ ਦੀ ਬਿਜਾਈ ਕੀਤੀ ਹੋਈ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਤੋਂ ਗੱਲਾਂ ਬਾਤਾਂ ਜਾਣਾਂਗੇ ਮੂੰਗੀ ਦੀ ਕਾਸ਼ਤਕਾਰੀ ਬਾਰੇ, ਤਾਂ ਜੋ ਉਹਨਾਂ ਤੋਂ ਸਿੱਖਿਆ ਲੈ ਕੇ, ਸੇਧ ਲੈ ਕੇ, ਪ੍ਰੇਰਨਾ ਲੈ ਕੇ, ਅਗਵਾਈ ਲੈ ਕੇ ਤੁਸੀਂ ਵੀ ਆਉਂਦੇ ਵਰੇ ਕਣਕ ਤੋਂ ਬਾਅਦ ਤੇ ਝੋਨਾ ਲੈਣ ਤੋਂ ਪਹਿਲਾਂ ਇੱਕ ਹੋਰ ਜਿਹੜੀ ਫਸਲ, ਤੀਸਰੀ ਫਸਲ ਮੂੰਗੀ ਨੂੰ ਇੱਕ ਵਪਾਰਕ ਫਸਲ ਵਜੋਂ ਆਪਣੇ ਖੇਤਾਂ ਦੇ ਵਿੱਚ ਬੀਜੋ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਦੇ ਹਾਂ ਸਰਪੰਚ ਸਾਹਿਬ ਤੋਂ ਇਸ ਖੇਤੀ ਦੇ ਬਾਰੇ ਤੇ ਵੱਖ-ਵੱਖ ਕਿਸਮ ਦੇ ਸਵਾਲਾਤ ਉਹਨਾਂ ਦੇ ਨਾਲ ਕਰਾਂਗੇ ਸਾਂਝੇ ਤੇ ਨਾਲੋਂ ਨਾਲ ਤੁਹਾਨੂੰ ਲਵਾਵਾਂਗੇ ਖੇਤ ਦਾ ਚੱਕਰ। ਤਾਂ ਸਭ ਤੋਂ ਪਹਿਲਾਂ ਸਰਪੰਚ ਸਤਵਿੰਦਰ ਸਿੰਘ ਮਾਨ ਸਾਹਿਬ, ਤੁਹਾਡਾ ਸਫਲ ਕਿਸਾਨ ਚੈਨਲ ਦੇ ਵੱਲੋਂ ਤੇ ਮੇਰੇ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਬੁੱਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਫਲ ਕਿਸਾਨ ਚੈਨਲ ਦੀ ਸਾਰੀ ਟੀਮ ਦਾ ਅਤੇ ਬੁੱਟਰ ਸਾਹਿਬ ਵਿਸ਼ੇਸ਼ ਤੌਰ 'ਤੇ ਤੁਹਾਡਾ ਸਾਡੇ ਇੱਥੇ ਪਹੁੰਚਣ 'ਤੇ ਬਹੁਤ-ਬਹੁਤ ਸਵਾਗਤ ਹੈ ਜੀ। ਤੁਹਾਡੇ ਦਿਲੋਂ ਦਿਮਾਗ ਦੇ ਵਿੱਚ ਇਹ ਕਿਵੇਂ ਖਿਆਲ ਆਇਆ ਕਿ ਸੱਠੀ ਮੂੰਗੀ ਦੀ ਜਿਹੜੀ ਬਿਜਾਈ ਇੱਕ ਵਪਾਰਕ ਫਸਲ ਦੇ ਤੌਰ 'ਤੇ ਕੀਤੀ ਜਾਵੇ? ਬੁੱਟਰ ਸਾਹਿਬ, ਇਹ ਖਿਆਲ ਮੇਰੇ ਮਨ 'ਚ ਇਸ ਤਰ੍ਹਾਂ ਆਇਆ ਜੀ, ਜਦ ਮੈਂ ਸੋਚਿਆ ਵੀ ਹੁਣ ਆਪਣੇ ਝੋਨਾ ਜਾਂ ਕਣਕ ਜ਼ਿਆਦਾਤਰ ਪੰਜਾਬ ਦੇ ਵਿੱਚ ਬੀਜਿਆ ਜਾਂਦਾ ਹੈ। ਬਿਲਕੁਲ। ਪਰ ਇਹਦੇ ਵਿਚਕਾਰ ਕੋਈ ਤਕਰੀਬਨ 2-2.5 ਮਹੀਨੇ ਦਾ ਜਿਹੜਾ ਸਮਾਂ ਹੈ, ਆਪਣੀ ਜ਼ਮੀਨ ਵਿਹਲੀ ਹੁੰਦੀ ਹੈ ਜੀ। ਮੈਂ ਸੋਚਿਆ ਕਿਉਂ ਨਾ ਇਸ ਜਿਹੜਾ ਪੀਰੀਅਡ ਦੇ ਵਿੱਚ ਆਪਾਂ ਇਹਦੇ ਵਿੱਚੋਂ ਕੋਈ ਆਮਦਨ ਲਈ ਜਾਵੇ, ਪਰ ਆਮਦਨ ਵੀ ਇਸ ਤਰ੍ਹਾਂ ਦੀ ਲਈ ਜਾਵੇ ਜਿਸ ਨਾਲ ਜ਼ਮੀਨ ਦਾ ਤਾਕਤ ਵੀ ਮਿਲੇ, ਉਹਨੂੰ ਖਾਦ ਵੀ ਮਿਲੇ, ਆਪਾਂ ਨੂੰ ਆਮਦਨ ਵੀ ਵੱਖਰੀ ਹੋਵੇ। ਬਿਲਕੁਲ। ਇਸੇ ਲਈ ਮੈਨੂੰ ਇਹ ਮੂੰਗੀ ਬੀਜਣ ਦਾ ਸੱਠੀ ਦਾ ਹੀ ਖਿਆਲ ਆਇਆ ਜੀ। ਤਾਂ ਬਿਲਕੁਲ ਕਿਸਾਨ ਭਰਾਵੋ, ਮਾਨ ਸਾਹਿਬ ਦਾ ਇਹ ਕਹਿਣਾ ਹੈ ਕਿ ਇਹਦੇ ਨਾਲ ਜਿਹੜੀ ਜ਼ਮੀਨ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ ਤੇ ਨਾਲੋਂ ਨਾਲ ਕਣਕ ਤੋਂ ਬਾਅਦ ਤੇ ਝੋਨਾ ਲਾਉਣ ਤੋਂ ਪਹਿਲਾਂ ਜਿਹੜਾ ਇੱਕ ਸਮਾਂ ਹੁੰਦਾ ਉਹਦਾ ਵੀ ਫਾਇਦਾ ਉਠਾ ਲਿਆ। ਤੇ ਤੀਸਰਾ, ਸਾਡੇ ਦੇਸ਼ ਨੂੰ ਦਾਲਾਂ ਦੀ ਵੀ ਜ਼ਰੂਰਤ ਹੈਗੀ ਹੈ। ਤਾਂ ਮਾਨ ਸਾਹਿਬ, ਇਹ ਕੁੱਲ ਤੁਹਾਡੇ ਕੋਲੇ ਕਿੰਨਾ ਕੁ ਰਕਬਾ ਹੈ ਮੂੰਗੀ ਦੀ ਬਿਜਾਈ ਦੇ ਤਹਿਤ? ਤੇ ਬੀਜ ਦੀ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ, ਕਿਉਂਕਿ ਜੇਕਰ ਬੀਜ ਚੰਗਾ ਹੋਵੇ, ਸਿਫਾਰਿਸ਼ ਕੀਤੀ ਕੋਈ ਕਿਸਮ ਹੋਵੇ ਤਾਂ ਫਿਰ ਅੱਗੇ ਝਾੜ ਵੀ ਚੰਗਾ ਹੁੰਦਾ, ਉਹਦੀ ਗੁਣਵੱਤਾ ਵੀ ਚੰਗੀ ਹੁੰਦੀ ਹੈ। ਤਾਂ ਫਿਰ ਕਿਹੜੀ ਕਿਸਮ ਦਾ ਇਹ ਬੀਜ ਹੈ, ਕਿੰਨਾ ਕੁ ਤੁਸੀਂ ਇਹ ਰਕਬਾ ਲਾਇਆ ਹੋਇਆ? ਬਿਲਕੁਲ ਬੁੱਟਰ ਸਾਹਿਬ, ਮੇਰੇ ਕੋਲੇ ਤਕਰੀਬਨ 60 ਮੂੰਗੀ ਹੇਠ 20 ਏਕੜ ਰਕਬਾ ਮੈਂ ਇਸ ਵਾਰ ਬੀਜੀ ਹੈ ਫਸਟ ਟਾਈਮ ਜੀ। ਤੇ ਇਹ ਬੀ ਮੈਂ ਪੰਜਾਬ ਯੂਨੀਵਰਸਿਟੀ ਵੱਲੋਂ ਸਿਫਾਰਿਸ਼ਸ਼ੁਦਾ SML 832 ਵੈਰਾਈਟੀ ਦਾ ਲਾਇਆ ਜੀ। ਇੱਕ ਉਹਨਾਂ ਨੇ ਇਹ ਜਿਹੜੀ ਵੈਰਾਈਟੀ ਹੈ
ਨਵੀਂ ਹੋਰ ਆਈ ਐਡਵਾਂਸ, ਉਹਦਾ ਵੀ ਮੈਨੂੰ ਥੋੜ੍ਹਾ ਜਿਹਾ ਵੀ 1 ਏਕੜ ਦਾ ਤਕਰੀਬਨ ਮਿਲਿਆ, ਉਹ ਵੀ ਮੈਂ ਲਾਇਆ ਤਿਆਰ ਕਰਨ ਵਾਸਤੇ ਅੱਗੇ ਤੋਂ ਵੀ। ਜੀ, ਤਾਂ ਇਹ ਕਿਸਮ ਦਾ ਜਿਹੜਾ ਬੀਜ ਹੈ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਫਿਰ ਕਿੰਨਾ ਕੁ ਪੈ ਗਿਆ? ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਨਾਲੋਂ ਨਾਲ ਬਿਜਾਈ ਦੀ, ਕਿਉਂਕਿ ਬੀਜਣ ਦੇ ਢੰਗ ਤਰੀਕੇ ਵੱਖਰੇ ਹੈ। ਕਈ ਸਾਡੇ ਕਿਸਾਨ ਭਰਾਵਾਂ ਨੇ ਪਹਿਲਾਂ ਰੌਣੀ ਕੀਤੀ, ਖੇਤ ਵਾਹਿਆ, ਸੁਹਾਗਾ ਮਾਰਿਆ, ਉਸ ਤੋਂ ਬਾਅਦ ਬਿਜਾਈ ਕੀਤੀ। ਕਈ ਸਿੱਧੇ ਤੌਰ ਤੇ ਜ਼ੀਰੋ ਟਿਲ ਡਰਿੱਲ ਮਸ਼ੀਨ ਦੇ ਨਾਲ ਬਿਜਾਈ ਕਰਦੇ ਆ, ਉਹਦੇ ਨਾਲ ਖਰਚ ਦੀ ਵੀ ਕਾਫੀ ਹੱਦ ਤੱਕ ਬਚਤ ਹੋ ਜਾਂਦੀ ਹੈ। ਤੇ ਫਿਰ ਕਿੰਨਾ ਕੁ ਬੀਜ ਪੈ ਗਿਆ ਤੇ ਕਿਹੜੇ ਤਰੀਕੇ ਦੇ ਨਾਲ ਬਿਜਾਈ ਕੀਤੀ ਹੈ ਤੁਸੀਂ? ਬੁੱਟਰ ਸਾਹਿਬ ਇਹ ਯੂਨੀਵਰਸਿਟੀ ਦੁਆਰਾ ਤਕਰੀਬਨ 12 ਕਿਲੋ ਬੀ ਰਿਕਮੈਂਡ ਕੀਤਾ ਜਾਂਦਾ ਇਹਦੀ ਬਿਜਾਈ ਲਈ ਜੀ, ਪਰ ਮੈਂ ਤਕਰੀਬਨ 10.5 ਕਿਲੋ ਬੀ ਪਾਇਆ ਜੀ। ਤੁਹਾਡੇ ਸਾਹਮਣੇ ਹੀ ਹੈ ਵੀ ਤੁਸੀਂ ਦੇਖੋ ਬੂਟੇ ਨਾਲ ਬੂਟਾ ਫਸਿਆ ਪਿਆ, ਕਿਤੇ ਜਗ੍ਹਾ ਨਹੀਂ ਬਚੀ ਖਾਲੀ, ਬਹੁਤ ਜ਼ਿਆਦਾ ਮੈਨੂੰ ਕਾਫੀ ਲੱਗਾ ਵੀ ਇਹ। ਤੇ ਬਾਕੀ ਜਿਹੜਾ ਆਪਾਂ ਗੱਲ ਕੀਤੀ ਹੈ ਵੀ ਬਿਨਾਂ ਬਹਾਏ ਮੈਂ ਬੀਜੀ ਹੈ ਸਾਰੀ ਜ਼ੀਰੋ ਡਰਿਲ ਨਾਲ। ਜਦੋਂ ਕਣਕ ਤੋਂ ਬਾਅਦ ਖੇਤ ਖਾਲੀ ਹੋਇਆ ਪਾਣੀ ਲਾ ਕੇ ਤੇ ਇਸ ਨੂੰ ਸਿੱਧਾ ਜ਼ੀਰੋ ਡਰਿਲ ਨਾਲ ਬਸ ਵੀ ਬੀਜਤਾ ਜੀ। ਉਹਦੇ ਵਿੱਚ ਤਕਰੀਬਨ 1 ਗੱਟਾ ਆਪਣੀ ਜਿਹੜੀ ਸੁਪਰ ਹੈ ਸਿੰਗਲ ਸੁਪਰ ਫਾਸਫੇਟ ਪਾਇਆ, ਔਰ ਉਸ ਤੋਂ ਬਿਨਾਂ ਇਸ ਨੂੰ ਕੋਈ ਵੀ ਖਾਦ ਵਗੈਰਾ ਨਹੀਂ ਪਾਈ ਜੀ। ਤੇ ਜਿਹੜਾ ਬੀ ਹੈ ਦਾ ਜੀ ਉਹ ਮੈਂ ਇੱਕ ਤਾਂ ਰਜੋਬੀਅਮ ਕਲਚਰ ਜਿਹੜਾ ਟੀਕਾ ਉਹਦੇ ਨਾਲ ਸੋਧਿਆ। ਉਹਦਾ ਕਾਰਨ ਇਹ ਹੈ ਜੀ, ਉਹਦੇ ਨਾਲ ਆਪਾਂ ਨੂੰ ਜਿਹੜੀ ਇਸ ਨੂੰ ਹਵਾ ਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ ਜਿਹੜੀ ਆਪਾਂ ਯੂਰੀਆ ਤੋਂ ਲੈਂਦੇ ਹਾਂ, ਉਹ ਪਾਉਣ ਦੀ ਲੋੜ ਨਹੀਂ। ਉਹ ਆਪਣੀਆਂ ਜੜ੍ਹਾਂ ਵਿੱਚ ਹੀ ਉਹ ਗੰਢਾਂ ਬਣਾ ਕੇ ਉਹਨੂੰ ਸਟੋਰ ਕਰ ਲੈਂਦੀ ਹੈ। ਫਿਰ ਜਿਵੇਂ ਜਿਵੇਂ ਬੂਟੇ ਨੂੰ ਜ਼ਰੂਰਤ ਆਉਂਦੀ ਹੈ ਉਹ ਵਾਤਾਵਰਨ 'ਚ ਹੀ ਲੈ ਕੇ ਉਹਨੂੰ ਪੂਰੀ ਕਰੀ ਜਾਂਦੀ ਲੋੜ ਆਪਦੀ ਨਾਈਟ੍ਰੋਜਨ ਦੀ, ਹੋਰ ਇਹਨੂੰ ਕੋਈ ਖਾਦ ਵਿਸ਼ੇਸ਼ ਦੀ ਲੋੜ ਨਹੀਂ ਜੀ। ਤਾਂ ਮਾਨ ਸਾਹਿਬ, ਭਾਵੇਂ ਕਿ ਇਸ ਸਾਲ ਕਾਫੀ ਮੀਂਹ ਵੀ ਪੈ ਗਏ ਹੈ, ਤਾਪਮਾਨ ਵੀ ਕਾਫੀ ਘੱਟ ਰਿਹਾ, ਪਾਣੀਆਂ ਦੀ ਕੋਈ ਬਹੁਤੀ ਜ਼ਰੂਰਤ ਹਜੇ ਤੱਕ ਬਹੁਤੀ ਨਹੀਂ ਪਈ ਹੋਣੀ, ਤਾਂ ਫਿਰ ਵੀ ਇਹਦੀ ਮੂੰਗੀ ਦੀ ਬਿਜਾਈ ਤੋਂ ਲੈ ਕੇ ਇਹਦੀ ਕਟਾਈ ਤੱਕ ਕਿੰਨੇ ਕੁ ਪਾਣੀਆਂ ਦੀ ਲੋੜ ਪੈਂਦੀ ਹੈ? ਬੁੱਟਰ ਸਾਹਿਬ ਇਹਦੇ ਦੇਖੋ ਜੀ ਤੁਹਾਡੀ ਜ਼ਮੀਨ ਤੇ ਜਾਂ ਮੌਸਮ ਤੇ ਵੀ ਡਿਪੈਂਡ ਕਰਦਾ ਹੈ। ਵੈਸੇ ਤੇ ਜ਼ਿਆਦਾ ਤੋਂ ਜ਼ਿਆਦਾ 3 ਪਾਣੀ ਤੇ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 2 ਪਾਣੀ। ਜੇ ਜ਼ਿਆਦਾ ਮੀਂਹ ਮੂੰਹ ਪੈ ਜਾਣ ਜਾਂ ਤੁਹਾਡੀ ਪੈਲੀ ਦੇ ਪਾਣੀ ਸਿੱਲੀ ਹੈ ਥੋੜ੍ਹੀ ਤਾਂ ਕਈ ਵਾਰ 1 ਪਾਣੀ ਨਾਲ ਵੀ ਸਰ ਜਾਂਦਾ ਹੈ, ਨਹੀਂ ਮੈਕਸੀਮਮ 3 ਪਾਣੀ, ਪਰ ਮੇਰੇ ਤਾਂ ਲੱਗਦਾ 2 ਪਾਣੀਆਂ 'ਚ ਹੀ ਪੱਕ ਜਾਣੀ ਹੈ। ਫਿਰ ਜੇ ਆਪਾਂ ਬਿਮਾਰੀਆਂ ਦੀ ਗੱਲ ਕਰੀਏ ਜਾਂ ਵੱਖ-ਵੱਖ ਕਿਸਮ ਦੇ ਕੀੜੇ ਮਕੌੜਿਆਂ ਦੀ ਗੱਲ ਕਰੀਏ ਤਾਂ ਕਿਹੜੀ-ਕਿਹੜੀ ਬਿਮਾਰੀਆਂ ਜਾਂ ਕਿਹੜੀ-ਕਿਹੜੀ ਕਿਸਮ ਦੇ ਕੀੜੇ ਮਕੌੜਿਆਂ ਦਾ ਸਾਹਮਣਾ ਕਰਨਾ ਪਿਆ ਤੇ ਉਹਦੀ ਫਿਰ ਰੋਕਥਾਮ ਜਾਂ ਉਹਦਾ ਹੱਲ ਕਿਵੇਂ ਲੱਭਿਆ ਤੁਸੀਂ? ਬੁੱਟਰ ਸਾਹਿਬ ਇਹਨੂੰ ਮੁੱਖ ਤੌਰ 'ਤੇ ਤਾਂ ਜੀ ਥੋੜ੍ਹਾ ਸੁੰਡੀ ਦਾ ਅਟੈਕ ਹੁੰਦਾ ਜੀ, ਤੇ ਹੋਰ ਇਹਨੂੰ ਕੋਈ ਖਾਸ ਬਿਮਾਰੀ ਨਹੀਂ ਪੈਂਦੀ। ਜਾਂ ਜਦੋਂ ਇਹ ਫਲ ਚੱਕਦੀ ਹੈ ਫੁੱਲਾਂ 'ਤੇ ਹੁੰਦੀ ਹੈ ਜੀ, ਉਦੋਂ ਇਹਨੂੰ ਇੱਕ ਜਿਵੇਂ ਚਿੱਟਾ ਮੱਛਰ ਜੀ, ਜਾਂ ਇਸ ਤਰ੍ਹਾਂ ਦੀ ਇੱਕ ਸਪਰੇਅ ਉਦੋਂ ਕਰਨੀ ਪੈਂਦੀ ਹੈ ਜੀ। ਤੇ ਮੈਂ ਤਕਰੀਬਨ ਜਦੋਂ 18-20 ਦਿਨ ਦੀ ਫਸਲ ਸੀਗੀ ਜੀ, ਉਦੋਂ ਇੱਕ ਸੁੰਡੀ ਵਾਲੀ ਚੰਗੀ ਸਪਰੇਅ ਕਰਤੀ ਸੀ। ਜੀ, ਉਸ ਤੋਂ ਬਾਅਦ ਫਿਰ 20 ਦਿਨਾਂ ਬਾਅਦ ਇੱਕ ਕਰਤੀ ਸੀਗੀ ਜੀ। ਤੇ ਸ਼ਾਇਦ ਹੁਣ ਮੈਨੂੰ ਲੱਗਦਾ ਸ਼ਾਇਦ ਹੀ ਮੈਨੂੰ ਲੋੜ ਪਵੇ ਦੁਬਾਰਾ ਕਰਨੀ, ਜੇ ਪਈ ਤਾਂ ਇੱਕ ਹਲਕੀ ਸਪਰੇਅ ਲੋੜ ਪੂਰੀ ਪੈਣੀ ਨਹੀਂ, ਤਕਰੀਬਨ 10-12 ਦਿਨ ਬਾਅਦ ਇਹ ਪੱਕੀ ਹੈ ਜੀ। ਆਮ ਤੌਰ ਤੇ ਜਿਹੜੀ ਸਮੱਸਿਆ ਇਹ ਆਉਂਦੀ ਹੁੰਦੀ ਹੈ ਕਿ ਇਸ ਰੁੱਤ ਦੇ ਵਿੱਚ ਨਦੀਨ ਬਹੁਤ ਹੁੰਦੇ ਆ, ਪਰ ਮੈਂ ਦੇਖ ਰਿਹਾ ਕਿ ਤੁਹਾਡੇ ਖੇਤ ਦੇ ਵਿੱਚ ਬਹੁਤ ਵਿਰਲੇ ਟਾਵੇਂ ਕੱਖ ਪੱਠੇ ਜਾਂ ਨਦੀਨ ਜਾਂ ਵਾਧੂ ਜਿਹੜੇ ਘਾਹ ਫੂਸ ਆ ਉੱਗੇ ਨੇ, ਤੇ ਫਿਰ ਇਹ ਨਦੀਨਾਂ ਦੀ ਰੋਕਥਾਮ ਦੇ ਵਾਸਤੇ ਕੋਈ ਕਿਸੇ ਜ਼ਹਿਰ ਦੀ ਵਰਤੋਂ ਕੀਤੀ ਕਿ ਕੋਈ ਗੁੱਡ ਗਡਾਈ ਕੀਤੀ ਹੈ? ਬੁੱਟਰ ਸਾਹਿਬ ਇਸ ਵਿੱਚ ਅਸੀਂ ਅੱਜ ਕੋਈ ਵੀ ਜ਼ਹਿਰ ਦੀ ਵਰਤੋਂ ਨਹੀਂ ਕੀਤੀ ਜੀ। ਬਾਕੀ ਜਿਹੜੀ ਨਦੀਨ ਹੈ ਜਦੋਂ ਇਹ ਪਰਾਲੀ ਸੀਗੀ ਦੀ ਆਪਣੀ ਕਣਕ ਦੀ ਜੀ, ਉਹ ਅਸੀਂ ਉਸੇ ਤਰ੍ਹਾਂ ਹੀ ਵਿੱਚ ਜ਼ੀਰੋ ਡਰਿਲ ਨੇ ਜਦੋਂ ਕੀਤੀ ਇਹਦੀ ਬਿਜਾਈ ਤਾਂ ਸਾਨੂੰ ਕੋਈ ਜ਼ਿਆਦਾ ਸਮੱਸਿਆ ਆਈ ਨਹੀਂ ਨਦੀਨਾਂ ਦੀ। ਥੋੜ੍ਹੀ ਜਿਹੀ ਜਗ੍ਹਾ ਆਈ ਸੀ, ਉੱਥੇ ਅਸੀਂ ਥੋੜ੍ਹੀ ਬਹੁਤ ਇੱਕ ਵਾਰੀ ਗੁੱਡ ਕੀਤੀ ਹੈ, ਬਾਕੀ ਤਕਰੀਬਨ 3-4 ਏਕੜ, ਬਾਕੀ 15-16 ਏਕੜ ਅਸੀਂ ਕੁਛ ਨਹੀਂ ਕੀਤਾ ਜੀ, ਇਹਨੂੰ ਸਿਰਫ ਜ਼ੀਰੋ ਡਰਿਲ ਨਾਲ ਬੀਜੀ ਹੈ, ਨਾ ਵਾਹੀ ਹੈ ਨਾ ਗੁੱਡੀ ਹੈ। ਤਾਂ ਮਾਨ ਸਾਹਿਬ ਦੇਖੋ, ਫਸਲ ਤੁਹਾਡੀ ਅੱਜ ਦੀ ਤਰੀਕ ਦੇ ਵਿੱਚ ਬਹੁਤ ਸੋਹਣੀ ਖੜੀ ਹੋਈ ਹੈ, ਤੁਸੀਂ ਬਹੁਤ ਵਧੀਆ ਨਿਗਰਾਨੀ ਰੱਖ ਰਹੇ ਹੋ, ਤੁਹਾਡੇ ਕਾਮੇ ਬਹੁਤ ਵਧੀਆ ਢੰਗ ਦੇ ਨਾਲ, ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਕੰਮ ਕਰ ਰਹੇ ਨੇ, ਹੈ ਨਾ। ਤਾਂ ਫਲ ਵੀ ਕਾਫੀ ਚੰਗਾ ਲੱਗਿਆ ਹੋਇਆ, ਫਸਲ ਦਾ ਜਿਹੜਾ ਕਾਫੀ ਵਾਧਾ ਵੀ ਆ, ਵਿਕਾਸ ਵੀ ਹੈ। ਤਾਂ ਜੇ ਮੌਸਮ ਚੰਗਾ ਰਿਹਾ, ਕੁਦਰਤ ਨੇ ਸਾਥ ਦਿੱਤਾ, ਮਿਹਨਤ ਇਸੇ ਤਰ੍ਹਾਂ ਬਾਕੀ ਜਿਹੜੇ ਦਿਨ ਰਹਿੰਦੇ ਆ ਤੁਸੀਂ ਤੇ ਤੁਹਾਡੀ ਟੀਮ ਕਰਦੇ ਰਹੇ, ਤਾਂ ਫਿਰ ਜੇ ਆਪਾਂ ਝਾੜ ਦੀ ਗੱਲ ਕਰੀਏ ਤਾਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿੰਨਾ ਕੁ ਝਾੜ ਹੋਣ ਦੀ ਉਮੀਦ ਹੈ? ਦੇਖੋ ਬੁੱਟਰ ਸਾਹਿਬ, ਤੁਹਾਡੀ ਗੱਲ ਤੋਂ ਮੈਨੂੰ ਇੱਕ ਸ਼ੇਰ ਯਾਦ ਆਇਆ ਜੀ, ਜਿਸ ਤਰ੍ਹਾਂ ਕਿਸੇ ਨੇ ਕਿਹਾ ਵੀ ਮਾਲੀ ਦਾ ਕੰਮ ਪਾਣੀ ਪਾਉਣਾ ਤੇ ਉਹ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਉਹ ਲਾਵੇ ਜਾਂ ਨਾ ਲਾਵੇ, ਪਰ ਜੇ ਆਪਾਂ ਮਿਹਨਤ ਕਰਦੇ ਹਾਂ ਤਾਂ ਮਾਲਕ ਫਲ ਵੀ ਜ਼ਰੂਰ ਲਾਉਂਦਾ ਹੈ ਜੀ। ਵੀ ਹੁਣ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਯੂਨੀਵਰਸਿਟੀ ਐਵਰੇਜ ਝਾੜ ਹੈ ਜਿਹੜਾ ਇਸ ਵੈਰਾਈਟੀ ਦਾ ਤਕਰੀਬਨ 5 ਕੁਇੰਟਲ ਦੱਸਦੀ ਹੈ, ਪਰ ਉਹ ਨਾਲ ਇਹ ਵੀ ਕਹਿੰਦੀ ਹੈ ਜੇ ਮੌਸਮ ਸਹੀ ਰਹਿ ਜੇ, ਟਾਈਮ ਤੇ ਬਿਜਾਈ ਹੋ ਜੇ ਤੇ ਸੰਭਾਲ ਚੰਗੀ ਹੋ ਜੇ ਤਾਂ ਇਹ 7-8 ਕੁਇੰਟਲ ਕਿੱਲੇ ਤੱਕ ਵੀ ਪਹੁੰਚ ਸਕਦੀ ਹੈ ਜੀ। ਤੇ ਸਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਇਹਨੂੰ ਫਲ ਹੈ ਵੀ ਇਹ ਤਕਰੀਬਨ 7 ਕੁਇੰਟਲ ਦੇ ਨਜ਼ਦੀਕ ਪਹੁੰਚ ਜੂਗਾ ਇਹਦਾ ਝਾੜ ਪਰ ਏਕੜ ਜੀ। ਸੋ ਸਾਡੀਆਂ ਦੁਆਵਾਂ, ਸ਼ੁਭ ਕਾਮਨਾਵਾਂ ਵੀ ਤੁਹਾਡੇ ਨਾਲ ਹੈ ਜੀ, ਕਿ ਜਿਹੜੀ ਆਸ, ਜਿਹੜੀ ਉਮੀਦ ਲੈ ਕੇ ਤੁਸੀਂ ਚੱਲੇ ਹੋ ਉਦੋਂ ਵੱਧ ਝਾੜ ਹੋਵੇ। ਤਾਂ ਮਾਨ ਸਾਹਿਬ, ਲਗਭਗ 20 ਏਕੜ ਜਿਹੜੀ ਇਹ ਤੁਸੀਂ ਮੂੰਗੀ ਦੀ ਬਿਜਾਈ ਕੀਤੀ ਹੋਈ ਹੈ, ਤਾਂ 20 ਏਕੜ ਦੇ ਵਿੱਚੋਂ ਕੁੱਲ ਮਿਲਾ ਕੇ ਕਿੰਨੀ ਕੁ ਮੂੰਗੀ ਹੋ ਸਕਦੀ ਹੈ?
ਤੁਸੀਂ ਦੇਖ ਲਓ ਜੀ, ਅਸੀਂ ਤਕਰੀਬਨ ਇਹਦਾ ਤੁਸੀਂ ਜੇ ਆਪਾਂ ਯੂਨੀਵਰਸਿਟੀ ਦਾ ਹੀ ਹਿਸਾਬ ਲਾ ਲਈਏ, ਘੱਟ ਤੋਂ ਘੱਟ ਝਾੜੀ 5 ਕੁਆਂਟਲ ਪਰ ਏਕੜ ਲਾ ਲਈਏ ਜੀ ਤਾਂ ਤਕਰੀਬਨ 100 ਕੁਆਂਟਲ ਤਾਂ ਫਿਰ ਵੀ ਏਕੜ ਦੀ ਬਣ ਗਈ ਜੀ ਪਰ ਮੈਨੂੰ ਲੱਗਦਾ ਵੀ ਇਹ ਜਿਸ ਤਰ੍ਹਾਂ ਇਹਦਾ ਫਲ ਹੈ ਤਾਂ ਇਹ ਫਸਲ ਦੀ ਗਰੋਥ ਹੈ ਵੀ ਤਕਰੀਬਨ 7 ਕੁਆਂਟਲ ਦੇ ਕਰੀਬ ਝਾੜ ਇਹਦਾ ਪਰ ਏਕੜ ਰਹੂਗਾ, ਜੀ ਤਕਰੀਬਨ 135-40 ਕੁਆਂਟਲ ਹੋ ਜੂਗੀ। ਜੀ ਜੀ ਤਾਂ ਸਰਪੰਚ ਸਾਹਿਬ, ਬਹੁਤ ਸਾਰੇ ਕਿਸਾਨਾਂ ਦੇ ਨਾਲ ਅਸੀਂ ਮੁਲਾਕਾਤ ਕਰਦੇ ਹਾਂ, ਉਹ ਆਪਦੇ ਖਰਚੇ ਤਾਂ ਗਿਣਾ ਦਿੰਦੇ ਆ ਪਰ ਉਹ ਆਮਦਨ ਨਹੀਂ ਦੱਸਦੇ ਹੁੰਦੇ, ਤੇ ਤੁਸੀਂ ਅੱਜ ਬੜੀ ਇਮਾਨਦਾਰੀ ਨਾਲ ਦੱਸਣਾ ਹੈ ਕਿਉਂਕਿ ਜਿਹੜੀ ਤੁਹਾਡੀ ਗੱਲਬਾਤ ਹੈ ਇਸ ਨੂੰ ਦੂਰ ਦਰਾਡੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਏ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਦੇਖ ਰਹੇ ਹੈ, ਸੁਣ ਰਹੇ ਹੈ। ਤੁਹਾਡੀਆਂ ਗੱਲਾਂ ਬਾਤਾਂ ਤੋਂ ਸਾਡੇ ਕਿਸਾਨਾਂ ਨੇ ਸਿੱਖਿਆ ਲੈਣੀ ਹੈ, ਸੇਧ ਲੈਣੀ ਹੈ, ਅਗਵਾਈ ਲੈਣੀ ਹੈ, ਉਹਨਾਂ ਨੇ ਵੀ ਇਸ ਰਾਹਾਂ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਚੱਲਣਾ ਹੈ। ਤਾਂ ਕੁੱਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿੰਨਾ ਕੁ ਖਰਚਾ ਹੋ ਜਾਣਾ ਤੇ ਖਰਚਾ ਕੱਢ ਕੇ ਫਿਰ ਆਮਦਨ ਕਿੰਨੀ ਕੁ ਹੋ ਜਾਣੀ ਹੈ? ਬੁੱਟਰ ਸਾਹਿਬ, ਖਰਚੇ ਦੀ ਗੱਲ ਕਰਦੇ ਹੋ ਤੇ ਤਾਂ ਕੋਈ ਮੇਨ ਖਰਚਾ ਤਾਂ ਦੇਖੋ ਇਹਦਾ ਬੀਜ ਹੈ ਜੀ। ਉਹ ਜੇ ਤੁਹਾਨੂੰ ਚੰਗਾ ਮਿਲੇ, ਜਿਸ ਤਰ੍ਹਾਂ ਮੈਂ ਯੂਨੀਵਰਸਿਟੀ ਤੋਂ ਲਿਆ ਸੀਗਾ ਤਾਂ ਮੈਨੂੰ 100 ਰੁਪਏ ਪਰ ਕਿਲੋ ਦੇ ਹਿਸਾਬ ਨਾਲ ਵੀ ਜੋ ਤਕਰੀਬਨ 12 ਕਿਲੋ ਯੂਨੀਵਰਸਿਟੀ ਕਹਿੰਦੀ ਹੈ ਪੈਂਦਾ ਜੀ, ਤੇ ਮੈਂ ਲਿਆ ਸੀਗਾ। ਪਰ ਜੇ ਪ੍ਰਾਈਵੇਟ ਤੁਸੀਂ ਬਾਹਰੋਂ ਲੈਂਦੇ ਹੋ ਕੰਪਨੀਆਂ ਦਾ ਬੀਜ ਤਾਂ ਤੁਹਾਨੂੰ 200 ਰੁਪਏ ਕਿਲੋ ਵੀ ਦੇ ਦਿੰਦੇ ਆ, ਪਰ ਮੈਨੂੰ 100 ਰੁਪਏ ਕਿਲੋ ਮਿਲ ਗਿਆ ਸੀਗਾ ਜੀ। ਤੇ ਇਹ 'ਚ ਤਕਰੀਬਨ ਉਹ 12 ਕਿਲੋ ਬੀਜ ਆਦੇ ਤੇ ਮੈਂ ਤਕਰੀਬਨ 10.5 ਕਿਲੋ ਬੀਜ ਮੇਰਾ ਪਿਆ ਜੀ, ਪਰ ਬਹੁਤ ਲੱਗਿਆ ਮੈਨੂੰ, ਕਾਫੀ ਲੱਗਿਆ। ਜਿਸ ਤਰ੍ਹਾਂ ਜੀਰੋ ਡਰਿਲ ਨਾਲ ਇੱਕ ਮਤਲਬ ਜਿਹੜਾ ਕਣਕ ਆਪਾਂ ਬਿਜਾਈ ਕਰਦੇ ਹਾਂ, ਇੱਕ ਉਹਦਾ ਬੰਦ ਕਰਕੇ ਹਲ, ਜਿਸ ਤਰ੍ਹਾਂ ਪਿਛਲੇ ਹਲਾਂ ਨਾਲ ਬੀਜੀ ਹੈ ਇਹ, ਪਰ ਫਿਰ ਵੀ ਇਹ ਪੂਰੀ ਫਸ ਗਈ ਹੈ ਜੀ। ਤਾਂ 10.5 ਕਿਲੋ ਬੀਜ ਬਹੁਤ ਰਿਹਾ ਮੈਨੂੰ। ਤੁਸੀਂ ਬੀਜ ਦਾ ਲਾ ਲਓ, ਤਕਰੀਬਨ ਇਹ 1100 ਰੁਪਏ ਦਾ ਬੀਜ ਹੋ ਗਿਆ। ਬਾਕੀ ਇਹਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਇੱਕ ਫੰਗੀਸਾਈਡ ਤੇ ਰਜੋਬੀਅਮ ਕਲਚਰ ਨਾਲ, ਤਾਂ ਕਿ ਵੀ ਜਿਹੜਾ ਇਹ ਕੁਦਰਤ ਤੋਂ ਹੀ ਆਪਦੀ ਖੁਰਾਕ ਲਵੇ, ਉਹਦੇ ਨਾਲ ਸੋਧਿਆ ਜੀ, ਉਹ ਰੱਖ ਲਓ ਤੁਸੀਂ ਕੋਈ 100-200 ਦਾ। ਤੇ ਬਾਕੀ ਤੁਹਾਡੀਆਂ ਜਿਹੜੀਆਂ ਸਪਰੇਆਂ 2 ਕੀਤੀਆਂ ਜਾਂ ਸਕੋਰਾਜਨ ਜਾਂ ਫੇਮ ਦੀਆਂ ਚੰਗੀਆਂ ਸਪਰੇਆਂ ਅਗਰ ਤੁਸੀਂ ਕਰਦੇ ਹੋ, ਤੁਹਾਨੂੰ 2 ਸਪਰੇਆਂ ਕਾਫੀ ਰਹਿੰਦੀਆਂ ਜੀ। ਤੇ ਮੇਰੇ ਹਿਸਾਬ ਨਾਲ ਇਹ ਵਿਦ ਇਹਦੀ ਜਿਹੜੀ ਆਪਾਂ ਕਟਾਈ ਵਢਾਈ ਸਾਰਾ ਲਾ ਕੇ 4,4500 ਖਰਚਾ ਪਰ ਏਕੜ ਦਾ ਪੈਂਦਾ, ਪਰ ਤੁਸੀਂ 5000 ਮੰਨ ਕੇ ਚੱਲ ਲਓ ਜੀ। ਇਹ ਸਰਪੰਚ ਸਾਹਿਬ ਸਵਾਲ ਮੇਰਾ ਉੱਥੇ ਖੜਾ ਹੈ, ਤਾਂ ਖਰਚਾ 4500 ਰੁਪਏ ਆਇਆ ਤਾਂ ਫਿਰ ਆਮਦਨ ਕਿੰਨੀ ਕੁ ਹੋ ਜਾਣੀ ਹੈ ਤੁਹਾਨੂੰ? ਇਹਦਾ MSP ਕੀ ਹੈ ਇਸ ਵਾਰੀ? ਬੁੱਟਰ ਸਾਹਿਬ, MSP ਦਾ ਇਸ ਵਾਰ ਹੈਗਾ ਜੀ 7275 ਰੁਪਏ, ਤਕਰੀਬਨ 7300 ਰੁਪਇਆ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਇਹਦਾ ਰੱਖਿਆ ਗਿਆ ਜੀ। ਤੇ ਜਿਹੜੀ MP ਦੀ ਗਵਰਨਮੈਂਟ ਆ ਉਹਨੇ ਇਹਦੀ ਖਰੀਦ ਸ਼ੁਰੂ ਵੀ ਕਰਤੀ ਹੈ MSP ਤੇ ਜੀ। ਪਰ ਇਸ ਦਾ ਦੇਖੋ ਜੀ, ਆਪਾਂ ਜੇ ਵੈਸੇ ਵੀ ਲਾਈਏ ਤਾਂ ਪਿਛਲੇ ਸਾਲ ਇਹ 6000 ਤੋਂ ਲੈ ਕੇ ਮਤਲਬ 10,000 ਤੱਕ ਵੀ ਵੇਗੀ ਸੀ, ਜਿਹਨੇ ਸਟੋਰ ਕਰਕੇ ਰੱਖ ਲਈ ਜਾਂ ਇਹਨੂੰ ਪ੍ਰੋਸੈਸ ਪੈਕਿੰਗ ਕਰਕੇ ਵੇਚੀ ਹੈ। ਤੁਸੀਂ ਦੇਖੋ ਦਾਲਾਂ ਦੀ ਆਪਾਂ ਬਹੁਤ ਘਾਟ ਹੈ ਆਪਣੇ ਇੰਡੀਆ ਦੇ ਵਿੱਚ, ਆਪਾਂ ਬਾਹਰੋਂ ਐਕਸਪੋਰਟ ਕਰਦੇ ਹਾਂ। ਦਾਲਾਂ ਦੇ ਰੇਟ ਕਈ ਵਾਰੀ 100 ਰੁਪਏ ਕਿਲੋ ਤੱਕ ਵੀ ਚਲੇ ਜਾਂਦੇ, 150 ਰੁਪਏ ਕਿਲੋ ਤੱਕ ਵੀ। ਤੇ ਪਰ ਤੁਸੀਂ ਮੋਟੀ ਜੇ ਆਪਾਂ ਘੱਟ ਤੋਂ ਘੱਟ ਲਾਈਏ, ਯੂਨੀਵਰਸਿਟੀ ਸਾਨੂੰ ਜੇ 5 ਕੁਆਂਟਲ ਵੀ ਝਾੜ ਲਾਈਏ ਤੇ ਤੁਸੀਂ MSP ਦਾ ਹੀ ਤੁਸੀਂ ਲਾ ਲਈਏ ਆਪਾਂ, ਤਾਂ ਮੇਰੇ ਹਿਸਾਬ 'ਚ 37-38 ਹਜ਼ਾਰ ਰੁਪਈਆ ਪਰ ਏਕੜੇ ਦੀ ਆਮਦਨ ਹੋ ਜਾਂਦੀ ਜੀ। ਜੀ, ਤਾਂ ਤੁਹਾਡੇ ਕਹਿਣ ਦੇ ਮੁਤਾਬਕ 37-38 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 1 ਕਿੱਲੇ ਦੇ ਵਿੱਚੋਂ ਆਮਦਨ ਹੋ ਜਾਣੀ ਹੈ। ਤੇ ਜੇ ਆਪਾਂ ਖਰਚੇ ਵੀ ਕੱਢੀਏ ਤਾਂ ਮੇਰਾ ਖਿਆਲ ਹੈ ਫਿਰ ਵੀ 30,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਬਚ ਜਾਂਦਾ ਹੋਣਾ, ਹੈ ਨਾ? ਤਾਂ ਬਾਕੀ ਇਹ ਹੈ ਵੀ ਇੱਕ ਜਿਹੜਾ ਸਮਾਂ ਹੈ ਉਹਦਾ ਵੀ ਫਾਇਦਾ ਉਠਾ ਲਿਆ, ਤੇ ਨਾਲੋਂ ਨਾਲ ਜਿਹੜੀ ਝੋਨੇ ਦੀ ਕੋਈ ਲੇਟ ਵੈਰਾਈਟੀ ਬਾਸਮਤੀ ਆ ਉਹ ਵੀ ਇਹਨਾਂ ਨੇ ਲਾ ਲੈਣਾ, ਤੇ ਬਾਕੀ ਜਿਹੜਾ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਦੀ ਕਮੀ ਆ ਉਹ ਵੀ ਪੂਰੀ ਹੋ ਜਾਣੀ ਹੈ। ਤਾਂ ਸਰਪੰਚ ਸਾਹਿਬ, ਗੱਲ ਤੁਸੀਂ ਕੀਤੀ ਵੇਚ ਵੱਟ ਦੀ, ਹੈ ਨਾ? ਤਾਂ ਮੰਡੀ ਕਰਨ ਵਾਸਤੇ ਇੱਕ ਤਾਂ ਇਹ ਹੈ ਕਿ ਮੰਡੀ ਦੇ ਵਿੱਚ ਕਈ ਸਾਡੇ ਕਿਸਾਨ ਭਰਾ ਲੈ ਜਾਂਦੇ ਹੈ, ਕਈ ਬੀਜ ਬਣਾ ਕੇ ਬੀਜ ਉਤਪਾਦਕ ਬਣ ਕੇ ਜਿਹੜਾ ਉਹ ਵੀ ਵੇਚ ਸਕਦੇ ਨੇ, ਤੇ ਕਈ ਥਾਵਾਂ 'ਤੇ ਇਹਦੀ ਪ੍ਰੋਸੈਸਿੰਗ ਹੋ ਕੇ ਫਿਰ ਹੋਰ ਵੀ ਮਹਿੰਗਾ ਭਾਅ ਮਿਲ ਸਕਦਾ ਹੈ। ਤਾਂ ਤੁਸੀਂ ਫਿਰ ਕਿਹੜਾ ਢੰਗ ਤਰੀਕਾ ਅਪਣਾਓਗੇ ਮੰਡੀ ਕਰਨ ਦਾ? ਬੁੱਟਰ ਸਾਹਿਬ, ਮੰਡੀ ਕਰਨ ਦਾ ਤਾਂ ਮੈਨੂੰ ਤਾਂ ਕੋਈ ਲੱਗਦਾ ਵੀ ਮੈਨੂੰ ਕਿਤੇ ਜਾਣਾ ਨਹੀਂ ਪੈਣਾ ਜੀ। ਜਿਸ ਤਰ੍ਹਾਂ ਮੈਨੂੰ ਹੁਣ ਯਾਰਾਂ ਮਿੱਤਰਾਂ ਜਾਂ ਮੇਰਾ ਸਰਕਲ ਹੈ, ਫੋਨ ਆ ਰਹੇ ਆ ਮੈਨੂੰ ਵੀ ਕਹਿ ਰਹੇ ਵੀ ਸਾਡੇ ਵਾਸਤੇ ਜ਼ਰੂਰ ਰੱਖਿਓ। ਤੇ ਬਾਕੀ ਕੁਛ ਮੇਰੇ ਯਾਰ ਦੋਸਤ ਹੈ ਜਿਹੜੇ ਉਹ ਪ੍ਰੋਸੈਸਿੰਗ ਦਾ ਕੰਮ ਵੀ ਕਰਦੇ ਆ, ਉਹ ਕਹਿੰਦੇ ਵੀ ਅਸੀਂ ਤੁਹਾਡਾ ਇਹ ਸਾਰਾ ਖਰੀਦ ਲਾਂਗੇ ਇੱਥੋਂ ਹੀ, ਵੀ ਫਿਰ ਅਸੀਂ ਪੈਕਿੰਗ ਕਰਕੇ ਦਾਲ ਇਹ ਵੀ ਅੱਗੇ ਬਾਜ਼ਾਰ ਦੇ ਵਿੱਚ ਵੇਚਣੀ ਹੈ, ਵੀ ਤੁਸੀਂ ਸਾਨੂੰ ਹੀ ਦਿਓ। ਵੀ ਮੈਨੂੰ ਤਾਂ ਕੋਈ ਐਡੀ ਕੋਈ ਪ੍ਰੋਬਲਮ ਲੱਗ ਨਹੀਂ ਰਹੀ, ਮੈਨੂੰ ਲੱਗਦਾ ਮੈਨੂੰ ਕਿਤੇ ਨਹੀਂ ਜਾਣਾ ਪੈਣਾ, ਮੇਰੀ ਘਰ ਹੀ ਸਾਰੀ ਸੇਲ ਹੋ ਜਾਣੀ ਹੈ। ਪਹਿਲਾਂ ਹੀ ਮੈਨੂੰ ਕਾਫੀ ਫੋਨ ਆ ਰਹੇ ਲੋਕਾਂ ਦੇ। ਤਾਂ ਭਾਗੂ ਸਾਹਿਬ, ਸਾਡੇ ਇਸ ਇਲਾਕੇ ਦੇ ਵਿੱਚ ਕੋਈ ਸਮਾਂ ਸੀ ਜਦੋਂ ਮੂੰਗੀ ਦੀ ਕਾਸ਼ਤਕਾਰੀ ਵੀ ਕੀਤੀ ਜਾਂਦੀ, ਛੋਲਿਆਂ ਦੀ ਵੀ ਬਿਜਾਈ ਹੁੰਦੀ, ਸਰੋਂ ਵੀ ਬੀਜਦੇ, ਤਾਰਾ ਮੀਰਾ ਵੀ ਹੁੰਦਾ, ਮਤਲਬ ਬਹੁਤ ਸਾਰੀਆਂ ਇਹੋ ਜਿਹੀਆਂ ਰਵਾਇਤੀ ਫਸਲਾਂ ਜਿਹੜੀਆਂ ਕਿ ਅੱਜ ਕਿਤੇ ਖੇਤਾਂ 'ਚ ਦਿਖਾਈ ਨਹੀਂ ਦਿੰਦੀਆਂ ਨਾ। ਤਾਂ ਤੁਸੀਂ ਇਸ ਗੱਲੋਂ ਵੀ ਵਧਾਈ ਦੇ ਪਾਤਰ ਹੋ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਦਾਲਾਂ ਦੀ ਬੜੀ ਜ਼ਰੂਰਤ ਹੈ, ਬੜੀ ਕਿੱਲਤ ਹੈ, ਬਹੁਤ ਮਹਿੰਗਾ ਭਾਅ ਹੈ ਨਾ। ਤਾਂ ਤੁਸੀਂ ਇੱਕ ਪਹਿਲ ਕਦਮੀ ਕੀਤੀ ਹੈ, ਤੁਹਾਡੀ
ਫੀਸ ਦੇ ਨਾਲ ਤੁਸੀਂ ਦੱਸਿਆ ਕਿ ਤੁਹਾਡੇ ਨਗਰ ਦੇ ਵਿੱਚ ਜਾਂ ਤੁਹਾਡੇ ਜਾਣਕਾਰਾਂ ਦੇ ਵਿੱਚੋਂ ਕੁਝ ਹੋਰ ਨੇ ਵੀ ਮੂੰਗੀ ਦੀ ਕਾਸ਼ਤਕਾਰੀ ਕੀਤੀ ਹੈ। ਤਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਮੂੰਗੀ ਦੀ ਵਢਾਈ ਕੀਤੀ ਜਾਂਦੀ ਹੁੰਦੀ, ਉਸ ਤੋਂ ਬਾਅਦ ਹੱਥੀਂ ਕੱਢਿਆ ਜਾਂਦਾ, ਬਹੁਤ ਖੇਚਲ ਵਾਲਾ ਕੰਮ ਤੇ ਸਮੇਂ ਵਾਲਾ ਕੰਮ ਹੁੰਦਾ ਸੀ। ਤੇ ਤੁਹਾਡੇ ਕੋਲੇ ਸੁੱਖ ਨਾਲ ਰਕਬਾ ਇਸ ਵਾਰੀ ਬਹੁਤ ਹੈ, ਤੇ ਫਿਰ ਇਹਦੀ ਕਢਾਈ ਦੇ ਵਾਸਤੇ ਫਿਰ ਕਿਹੜਾ ਢੰਗ ਤਰੀਕਾ ਅਪਣਾਓਗੇ, ਕਿਵੇਂ ਕੱਢੀ ਜਾਊਗੀ? ਹਾਂਜੀ ਬੁੱਟਰ ਸਾਹਿਬ, ਅਸੀਂ ਪਹਿਲਾਂ ਤਾਂ ਕੋਸ਼ਿਸ਼ ਕਰਾਂਗੇ ਵੀ ਇਹਦੀਆਂ ਫਲੀਆਂ ਜਿਹੜੀਆਂ ਵੀ ਹੱਥੀਂ ਤੜਾ ਕੇ ਉਹਨੂੰ ਕਢਵਾਈਏ, ਜਾਂ ਫਿਰ ਇਸ ਤਰ੍ਹਾਂ ਰੀਪਰ ਹੁੰਦਾ ਉਹਨਾਂ ਕਟਿੰਗ ਕਰਾ ਕੇ ਫਿਰ ਥ੍ਰੈਸ਼ਰ ਨਾਲ ਇਹਨੂੰ ਕਢਵਾਵਾਂਗੇ ਜੀ। ਬਿਲਕੁਲ। ਪਰ ਇਹ 'ਚ ਥੋੜ੍ਹੀ ਜਿਹੀ ਇੱਕ ਸਮੱਸਿਆ ਜ਼ਰੂਰ ਆਉਂਦੀ ਹੈ ਵੀ ਜਦੋਂ ਪਕਾਰ ਟਾਈਮ ਜੇ ਬਾਰਿਸ਼ਾਂ ਜ਼ਿਆਦਾ ਹੋ ਜਾਣ, ਇਹਨੂੰ ਉਦੋਂ ਸੰਭਾਲਣਾ ਬਹੁਤ ਜ਼ਰੂਰੀ ਹੈ, ਖਰਾਬ ਹੋਣ ਤੋਂ ਬਚਾਉਣਾ ਹੁੰਦਾ ਹੈ। ਜੇ ਉਹ ਇਸ ਤਰ੍ਹਾਂ ਦੀ ਕੋਈ ਮਜਬੂਰੀ ਆਈ ਤਾਂ ਫਿਰ ਅਸੀਂ ਇਹਨੂੰ ਕੰਬਾਈਨ ਨਾਲ ਵਢਾਵਾਂਗੇ ਜੀ, ਤੇ ਨਹੀਂ ਵੈਸੇ ਅਸੀਂ ਇਹਨੂੰ ਹੱਥੀਂ ਕਢਵਾਵਾਂਗੇ ਜੀ। ਤਾਂ ਤੁਸੀਂ ਇਹ ਗੱਲ ਸਾਂਝੀ ਕੀਤੀ ਵੀ ਦੇਖੋ ਪ੍ਰਤੀ ਏਕੜ ਦੇ ਵਿੱਚੋਂ ਤੁਸੀਂ ਦੱਸਿਆ ਕਿ ਲਗਭਗ ਇਸ ਨੇ 5 ਕੁਆਂਟਲ ਦੇ ਕਰੀਬ ਹੋ ਜਾਣਾ ਹੈ, 35 ਤੋਂ ਲੈ ਕੇ 38,000 ਰੁਪਏ ਦੀ ਬਚਤ ਹੋ ਜਾਣੀ ਹੈ, ਤੇ ਖਰਚੇ ਕੱਢ ਕੇ ਵੀ 30,000 32,000 ਰੁਪਏ ਤੁਹਾਨੂੰ ਬਚਣਾ। ਇੱਕ ਤਾਂ ਇਹ ਹੋ ਗਿਆ ਆਰਥਿਕ ਲਾਹਾ, ਬਾਕੀ ਖੇਤ ਤੁਹਾਡਾ ਖਾਲੀ ਨਹੀਂ ਰਿਹਾ, ਵਿਹਲਾ ਨਹੀਂ ਰਿਹਾ। ਇਸ ਤੋਂ ਬਾਅਦ ਵੀ ਤੁਸੀਂ ਦੇਖੋ ਬਾਸਮਤੀ ਦੀ ਬਿਜਾਈ ਕਰ ਦੇਣੀ ਹੈ। ਹੋਰ ਕਿਹੜੇ ਲਾਭ ਜਾਂ ਕਿਹੜੇ ਫਾਇਦੇ ਤੁਹਾਨੂੰ ਦਿਖਾਈ ਦੇ ਰਹੇ ਇਸ 60 ਮੂੰਗੀ ਦੇ ਵਿੱਚ? ਹਾਂਜੀ ਬੁੱਟਰ ਸਾਹਿਬ, ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ। ਦੇਖੋ ਆਮਦਨ ਤਾਂ ਆਪਣੀ ਇਹਦੇ ਨਾਲ ਵਧਣੀ ਹੈ ਜਿਹੜੀ ਫਸਲ ਆਉਣੀ ਹੈ। ਬਿਲਕੁਲ। ਉਸ ਤੋਂ ਇੱਕ ਲਾਭ ਹੋਰ ਵੀ ਹੈ ਜਿਹੜਾ ਜ਼ਮੀਨ ਨੂੰ ਬੜਾ ਫਾਇਦਾ ਹੈ ਜੀ ਇਹਦਾ ਜੀ। ਇਸ ਦੀ ਮਤਲਬ ਜਿਹੜੀ ਇੱਕ ਤਾਂ ਜਿਹੜੀ ਯੂਰੀਆ ਆਪਾਂ ਪਾਉਣੇ ਆ ਝੋਨੇ ਨੂੰ ਜੀ, ਤਕਰੀਬਨ 1 ਗੱਟਾ ਤੁਹਾਨੂੰ ਘੱਟ ਪਾਉਣੀ ਪਊਗੀ ਜੀ। ਇਹਨੂੰ ਨਾਈਟ੍ਰੋਜਨ ਦੀ ਥੋੜੀ ਕਮੀ ਇਹ ਪੂਰੀ ਕਰੂਗੀ। ਫਿਰ ਜਿਹੜੇ ਹੋਰ ਤੱਤ ਹੈ ਕੋਈ ਉਹ ਇਹ 'ਚ ਬਹੁਤ ਪ੍ਰਚੂਨ ਮਾਤਰਾ 'ਚ ਹੈ, ਉਹ ਵੀ ਤੁਹਾਨੂੰ ਅਗਲੀ ਫਸਲ 'ਚ ਬਹੁਤ ਫਾਇਦਾ ਦੇਣਗੇ ਜੀ। ਤੇ ਇੱਕ ਨਾਲ ਹੋਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਜਿਸ ਤਰ੍ਹਾਂ ਇਹਦਾ ਜਿਹੜਾ ਪਿੱਛੇ ਵੇਸਟ ਬਚਦੀ ਹੈ, ਜਿਹਨੂੰ ਆਪਾਂ ਇਹਦਾ ਨੀਰਾ ਕਹਿ ਦਈਏ ਜਾਂ ਚਾਰਾ ਕੁਛ ਵੀ ਕਹਿ ਦਈਏ, ਉਹਦੇ ਵਿੱਚ ਕੈਲਸ਼ੀਅਮ ਬਹੁਤ ਮਾਤਰਾ 'ਚ ਹੁੰਦਾ ਜੀ। ਉਹ ਕੈਲਸ਼ੀਅਮ ਜਿਸ ਤਰ੍ਹਾਂ ਕੋਈ ਲੋਕ ਦੁੱਧ ਵਾਲੇ ਪਸ਼ੂ ਹੈ ਜਾਂ ਡੇਅਰੀਆਂ ਵਾਲੇ ਹੈ, ਉਹ ਆਪਾਂ ਤੁਸੀਂ ਦੇਖੋ ਮਹਿੰਗੇ ਭਾਅ ਦੀਆਂ ਲੈ ਕੇ ਪੈਕਿੰਗਾਂ ਕੈਲਸ਼ੀਅਮ ਦੀਆਂ ਜਿਹੜੇ ਕੈਮੀਕਲ ਦੇ ਰੂਪ ਵਿੱਚ ਲੈਂਦੇ ਆ, ਉਹ ਆਪਾਂ ਵਰਤਦੇ ਆ। ਪਰ ਇਹਦੇ ਵਿੱਚ ਕੁਦਰਤੀ ਤੌਰ 'ਤੇ ਕੈਲਸ਼ੀਅਮ ਇੰਨੀ ਜ਼ਿਆਦਾ ਮਾਤਰਾ 'ਚ ਹੁੰਦਾ ਵੀ ਤੁਹਾਨੂੰ ਕੁਝ ਪਾਉਣ ਦੀ ਲੋੜ ਨਹੀਂ ਜੀ। ਤੇ ਜਾਂ ਘੋੜਿਆਂ ਵਾਲੇ, ਜਾਂ ਜਿਵੇਂ ਦੇਖੋ ਤੁਸੀਂ ਬੱਚੇ ਛੋਟੇ ਬੱਚੇ ਹੁੰਦੇ ਆ, ਘੋੜਿਆਂ ਦੇ ਵਿਛੇਰੇ ਹੁੰਦੇ ਆ ਜੀ, ਤੇ ਉਹਨਾਂ ਲਈ ਵੀ ਬਹੁਤ ਹੀ ਬੈਨੀਫਿਟ ਹੈ ਜੀ। ਇਹ 'ਚ ਕੈਲਸ਼ੀਅਮ ਦੀ ਬਹੁਤ ਮਾਤਰਾ, ਤੇ ਜ਼ਮੀਨ ਨੂੰ ਵੀ ਬਹੁਤ ਫਾਇਦਾ ਹੈ, ਉਹਦੀ ਸਿਹਤ ਸੁਧਰਦੀ ਹੈ ਜੀ। ਤੇ ਬਾਕੀ ਇਹ ਗੱਲ ਵੀ ਹੈ ਸਰਪੰਚ ਸਾਹਿਬ, ਜਿਹੜੀ ਇਹ ਮੂੰਗੀ ਹੋਣੀ ਹੈ ਇਹਦੀ ਗੁਣਵੱਤਾ ਵੀ ਚੰਗੀ ਹੋਣੀ ਹੈ, ਕਿਉਂਕਿ ਤੁਸੀਂ ਦੱਸਿਆ ਕਿ ਖਾਦਾਂ ਤੁਸੀਂ ਨਾ ਮਾਤਰ ਵਰਤੀਆਂ ਨੇ, ਬਿਮਾਰੀਆਂ ਦਾ ਜਾਂ ਕੀੜੇ ਮਕੌੜਿਆਂ ਦਾ ਹਮਲਾ ਬਹੁਤ ਘੱਟ ਹੋਇਆ, ਨਾ ਮਾਤਰ ਹੋਇਆ। ਤੁਸੀਂ ਜ਼ਹਿਰਾਂ ਦੀ ਵਰਤੋਂ ਵੀ ਨਹੀਂ ਕੀਤੀ, ਨਾ ਹੀ ਤੁਸੀਂ ਕੋਈ ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਹੈ। ਤੇ ਅਗਲੀ ਗੱਲ ਇਹ ਹੈ ਕਿ ਯੂਨੀਵਰਸਿਟੀ ਦੀ ਸਿਫਾਰਿਸ਼ ਇੱਕ ਕਿਸਮ ਹੈ, ਤੇ ਬਾਕੀ ਨਾ ਹੀ ਤੁਹਾਡੇ ਖੇਤਾਂ ਦੇ ਵਿੱਚ ਕੋਈ ਨਦੀਨ ਵਿਖਾਈ ਦਿੰਦੇ ਆ। ਤੇ ਮੈਂ ਇਹ ਸਮਝਦਾ ਕਿ ਕੁਦਰਤੀ ਤਰੀਕੇ ਨਾਲ ਇੱਕ ਢੰਗ ਦੀ ਆਰਗੈਨਿਕ ਮੂੰਗੀ ਹੈ ਜਿਹੜੀ ਕਿ ਬੜੀ ਗੁਣਵੱਤਾ ਭਰਪੂਰ ਹੋਣੀ ਹੈ, ਭਾਵੇਂ ਕਿ ਅੱਗੇ ਇਹਦੀ ਵਰਤੋਂ ਕਿਸੇ ਨੇ ਬੀਜ ਦੇ ਤੌਰ ਤੇ ਕਰਨੀ ਹੈ, ਤੇ ਜਾਂ ਇਹਦੀ ਵਰਤੋਂ ਕਿਸੇ ਨੇ ਖਾਣ ਦੇ ਰੂਪ ਦੇ ਵਿੱਚ ਦਾਲ ਦੇ ਤੌਰ ਤੇ ਕਰਨੀ ਹੈ। ਸਰਪੰਚ ਸਾਹਿਬ, ਕੋਈ ਵੀ ਬੰਦਾ ਆਪਣੇ ਕੰਮ ਦੇ ਵਿੱਚ ਖੁਸ਼ ਨਹੀਂ ਹੁੰਦਾ, ਸੰਤੁਸ਼ਟ ਨਹੀਂ ਹੁੰਦਾ ਨਾ। ਹਰੇਕ ਬੰਦੇ ਦੇ ਬਹੁਤ ਵੱਡੇ ਸੁਪਨੇ ਹੁੰਦੇ ਆ, ਬਹੁਤ ਬੰਦਾ ਉੱਚੀਆਂ ਉਡਾਰੀਆਂ ਮਾਰਦਾ ਹੈ। ਤਾਂ ਇੱਕ ਬਤੌਰ ਕਿਸਾਨ, ਜੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਮੂੰਗੀ ਨੂੰ ਲੈ ਕੇ ਜਾਂ ਕੁੱਲ ਮਿਲਾ ਕੇ ਹੋਰ ਖੇਤੀ ਨੂੰ ਲੈ ਕੇ ਤੁਹਾਡੀ ਕੀ ਯੋਜਨਾ ਬਣਦੀ ਹੈ, ਕੀ ਰਣਨੀਤੀ ਬਣਾ ਰੱਖੀ ਹੈ ਭਾਗੂ ਸਾਹਿਬ ਨੇ? ਜੀ ਬੁੱਟਰ ਸਾਹਿਬ, ਵੈਸੇ ਤਾਂ ਵਾਹਿਗੁਰੂ ਦੀ ਕਿਰਪਾ ਹੈ ਜੀ, ਸਾਡੇ ਪਰਿਵਾਰ ਤੇ ਮੈਂ ਸੰਤੁਸ਼ਟ ਹਾਂ। ਪਰ ਫਿਰ ਵੀ ਜਿਸ ਤਰ੍ਹਾਂ ਕਹਿੰਦੇ ਬੰਦੇ ਨੂੰ ਕਿੱਥਾ ਰੋਕਣਾ ਨਹੀਂ ਚਾਹੀਦਾ, ਉਹਨੂੰ ਅੱਗੇ ਵਧਣਾ ਚਾਹੀਦਾ ਹੈ। ਬਿਲਕੁਲ। ਤੇ ਮੇਰੀ ਇੱਕ ਸੁਭਾਅ ਰੱਖ ਲਓ ਜਾਂ ਮੇਰਾ ਸ਼ੌਂਕ ਹੈ ਵੀ ਮੈਂ ਕੋਈ ਬੁੱਕਸ ਹੈ ਜਾਂ ਨਵੀਆਂ ਸਰਚਾਂ, ਚਾਹੇ ਮੈਨੂੰ ਬੁੱਕਸਾਂ ਰਾਹੀਂ ਕੋਈ ਜਾਣਕਾਰੀ ਮਿਲੇ, ਚਾਹੇ ਕੋਈ ਛੋਟੇ ਬੱਚੇ ਤੋਂ ਵੀ ਮਿਲ ਜੇ, ਕਿਸੇ ਬਜ਼ੁਰਗ ਤੋਂ ਮਿਲ ਜੇ, ਕਿਸੇ ਸਿਆਣੇ ਬੰਦੇ ਤੋਂ, ਚਾਹੇ ਮੈਂ ਨੈੱਟ 'ਤੇ ਕਰਾਂ ਸਰਚਾਂ, ਉਹ ਮੈਂ ਪੜ੍ਹਦਾ ਰਹਿੰਦਾ ਜੀ ਵੀ ਕਿਸ ਤਰ੍ਹਾਂ ਕਿ ਇਹਦੇ ਵਿੱਚ ਚਾਹੇ ਆਪਾਂ ਨੂੰ ਫਸਲੀ ਚੱਕਰ ਦੇ ਵਿੱਚ ਆਪਾਂ ਨੂੰ ਆਮਦਨ ਵਧਾਈ ਜਾ ਸਕਦੀ ਹੈ, ਜਾਂ ਕਿਸੇ ਵੀ ਫੀਲਡ ਦੇ ਵਿੱਚ ਮੈਨੂੰ ਸ਼ੌਂਕ ਹੈ ਨਵੀਆਂ ਚੀਜ਼ਾਂ ਸਿੱਖਣ ਦਾ। ਮੈਂ ਹੁਣ ਆਪਣੇ ਘਰ ਜੀ ਤਕਰੀਬਨ 30 ਵੈਰਾਈਟੀ ਦੇ ਫਰੂਟ ਦੇ ਜਿਹੜੇ ਪਲਾਂਟ ਹੈ ਲਵਾਏ ਹੈ ਜੀ, ਤਕਰੀਬਨ 3 ਮਹੀਨੇ ਪਹਿਲਾਂ ਜੀ, ਜਿਹਦੇ ਵਿੱਚੋਂ ਕੁਛ ਆਪਣੇ ਇੰਡੀਅਨ ਫਰੂਟ ਆ, ਕੁਛ ਇੰਪੋਰਟਡ ਫਰੂਟ ਵੀ ਹੈ। ਜਿਸ ਤਰ੍ਹਾਂ ਤੁਸੀਂ ਇੰਡੀਅਨ ਦੇ ਵਿੱਚ ਤੁਸੀਂ ਦੇਖ ਲਓ, ਅੰਬ ਹੈ ਮੇਰੇ ਕੋਲ 3-4 ਕਿਸਮ ਦੇ ਮੈਂ ਲਵਾਏ ਆ ਘਰ, ਤੇ ਘਰ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਖੁੱਲੀ ਜਗ੍ਹਾ ਆਪਣੇ ਕੋਲੇ। ਤੇ ਬਾਕੀ ਅਨਾਰ, ਅਮਰੂਦ 3-4 ਵੈਰਾਈਟੀਆਂ ਦੇ, ਤੇ ਖੁਮਾਣੀ, ਆੜੂ, ਸੇਬ ਜਿਹੜਾ ਆਪਣੇ ਇੱਕ ਹਰਮਨ 99 ਵੈਰਾਈਟੀ ਹੈ ਜਿਹੜੀ ਆਪਣੇ ਹੋ ਜਾਂਦੀ ਹੈ, ਥੋੜ੍ਹੀ ਗਰਮੀ ਝੱਲ ਜਾਂਦੀ ਹੈ ਜੀ। ਡਰੈਗਨ ਫਰੂਟ ਹੈ, ਤੇ ਆਵਾਕਾਡੋ ਜਿਹੜਾ ਫਰੂਟ ਹੈ, ਜਿਹੜਾ ਹੁਣ ਆਪਾਂ ਜੇ ਇੰਪੋਰਟਡ ਲਈਏ ਤਾਂ ਆਪਾਂ ਨੂੰ ਤਕਰੀਬਨ 1000 ਤੋਂ 1200 ਰੁਪਏ ਕਿਲੋ ਮਿਲਦਾ ਹੈ ਜੀ। ਤੇ ਇਸ ਤਰ੍ਹਾਂ ਜੀ ਅੰਜੀਰ ਹੈ, ਮਤਲਬ ਤਕਰੀਬਨ ਮੈਂ 30 ਵੈਰਾਈਟੀ ਦੇ ਬੂਟੇ ਘਰ ਲਾਏ ਹੈ ਜੀ। ਉਹਦੇ ਵਿੱਚ ਨਾਲੇ ਤਾਂ ਉਹ ਘਰੇ ਚਲੋ ਇੱਕ ਤਾਂ ਆਪਾਂ ਨੂੰ ਆਕਸੀਜਨ ਦਿੰਦੇ ਆ, ਨਾਲੇ ਘਰ ਦਾ ਫਰੂਟ ਆ ਆਰਗੈਨਿਕ ਬਿਲਕੁਲ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਆ ਮੂੰਗੀ ਵੀ ਲਗਭਗ ਜੇ ਆਰਗੈਨਿਕ ਹੀ ਰੱਖੀ ਆਪਾਂ, ਕੋਈ ਜ਼ਿਆਦਾ ਸਪਰੇਆਂ ਨਹੀਂ ਕੀਤੀਆਂ ਜ਼ਿਆਦਾ ਖਾਦਾਂ। ਉਹਦੇ ਵਿੱਚੋਂ ਮੈਂ ਹੁਣ ਸਰਚ ਕਰ ਰਿਹਾ ਵੀ ਕਿਹੜੇ ਆਪਣੇ ਬੂਟੇ ਜ਼ਿਆਦਾ ਕਾਮਯਾਬ ਹੈ,
ਉਹ ਕਿਹੜੀਆਂ ਫਰੂਟ ਜਿਹੜੇ ਆਪਾਂ ਨੂੰ ਵੱਧ ਮੁਨਾਫਾ ਦਿੰਦੇ ਆ। ਫਿਰ ਮੈਂ ਕੋਸ਼ਿਸ਼ ਕਰੂੰਗਾ ਵੀ ਹੌਲੀ ਹੌਲੀ ਉਹਦੇ ਹੇਠ ਰਕਬਾ ਆਪਣਾ ਉਹਦੇ ਬਾਗ ਲਾਵਾਂ ਥੋੜ੍ਹੇ ਜਿਵੇਂ ਆਵਾਕਾਡੋ ਹੈ, ਮਹਿੰਗਾ ਫਰੂਟ ਹੈ, 1000 ਰੁਪਏ ਕਿਲੋ ਪਰ ਏਕੜ ਤੋਂ 1200 ਵਿਕਦਾ ਹੈ, ਉਹ ਵਧੀਆ ਚੱਲ ਰਿਹਾ ਜੀ। ਤੇ ਮੇਰੇ ਕੋਲੇ ਚਲੋ ਵਾਹਿਗੁਰੂ ਨੇ ਦਿੱਤੀ ਹੈ ਜ਼ਮੀਨ, ਮੈਂ ਕੋਸ਼ਿਸ਼ ਕਰੂੰਗਾ ਵੀ ਥੋੜ੍ਹਾ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਵੀ ਮੈਂ ਜਿਹੜੇ ਆਪਾਂ ਨੂੰ ਬਾਹਰੋਂ ਇੰਪੋਰਟ ਕਰਦੇ ਹਾਂ ਵੀ ਇੱਥੇ ਹੀ ਪੈਦਾ ਕਰੀਏ ਜੀ। ਤਾਂ ਸਰਪੰਚ ਸਾਹਿਬ, ਜਿਹੜੀਆਂ ਸਮੇਂ ਦੀਆਂ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਭਾਵੇਂ ਖੇਤੀ ਸੈਕਟਰ ਹੈ, ਭਾਵੇਂ ਕੋਈ ਹੋਰ ਵੱਖ-ਵੱਖ ਖੇਤਰ ਨੇ, ਤਾਂ ਸਾਡੇ ਜਿਹੜੇ ਕਿਸਾਨ ਹੈ ਪੰਜਾਬ ਦੇ ਬਹੁਤ ਮਿਹਨਤੀ ਨੇ, ਬਹੁਤ ਇਮਾਨਦਾਰ ਹੈ, ਬਹੁਤ ਲਗਨ ਦ੍ਰਿੜਤਾ ਹੈ ਪੰਜਾਬੀਆਂ ਦੇ ਵਿੱਚ, ਤੇ ਪੰਜਾਬੀ ਬਹੁਤ ਕੁਝ ਕਰਨਾ ਚਾਹੁੰਦੇ ਨੇ, ਤੇ ਸਮੇਂ ਦੀਆਂ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ, ਭਾਵੇਂ ਖੇਤੀ ਹੈ ਤੇ ਭਾਵੇਂ ਖੇਤੀ ਨਾਲ ਜੁੜੇ ਹੋਏ ਸਹਾਇਕ ਕਿੱਤੇ ਹੈ। ਤੇ ਤੁਹਾਡੇ ਵਾਂਗੂ ਹੋਰ ਵੀ ਬਹੁਤ ਸਾਰੇ ਜਿਹੜੇ ਕਿਸਾਨ ਹੈ ਉਹ ਕੁਝ ਨਵਾਂ ਕਰਨ ਦੀ ਇੱਛਾ ਰੱਖਦੇ ਹੈ, ਲੋਚਾ ਰੱਖਦੇ ਹੈ, ਤੇ ਪਰ ਕਈ ਵਾਰੀ ਮਜਬੂਰੀ ਬਸ ਨਿਰਾਸ਼ਾ ਦੇ ਆਲਮ ਦੇ ਵਿੱਚ ਜਾਣਾ ਪੈਂਦਾ ਹੈ। ਤਾਂ ਤੁਸੀਂ ਸਾਡੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਸਮੁੱਚੇ ਕਿਸਾਨਾਂ ਦੇ ਵਾਸਤੇ, ਖਾਸ ਕਰਕੇ ਜਿਹੜੇ ਮੂੰਗੀ ਦੇ ਕਾਸ਼ਤਕਾਰ ਹੈ, ਉਹਨਾਂ ਦੇ ਲਈ ਸਾਡੀਆਂ ਸਮੇਂ ਦੀਆਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਕਿਸਾਨ ਹੈ ਉਹ ਫਸਲੀ ਵਿਭਿੰਨਤਾ ਨੂੰ ਅਪਣਾਉਣ, ਤੇ ਤਾਂ ਜੋ ਜ਼ਮੀਨ ਦੀ ਸਿਹਤ ਵੀ ਬਰਕਰਾਰ ਰਹੇ, ਮੰਡੀ ਦੀਆਂ ਲੋੜਾਂ ਵੀ ਪੂਰੀਆਂ ਹੋਣ, ਤੇ ਸਾਡਾ ਕਿਸਾਨ ਵੀ ਆਰਥਿਕ ਤੌਰ 'ਤੇ ਖੁਸ਼ਹਾਲ ਹੋਵੇ। ਬਿਲਕੁਲ ਬੁੱਟਰ ਸਾਹਿਬ, ਜਿਸ ਤਰ੍ਹਾਂ ਚਲੋ ਸਰਕਾਰਾਂ ਆਪਣੇ ਹਿਸਾਬ ਨਾਲ ਤਾਂ ਸਹਿਯੋਗ ਦਿੰਦੀਆਂ ਜਿੰਨਾ ਕੁ, ਪਰ ਮੈਨੂੰ ਲੱਗਦਾ ਵੀ ਉਹ ਕਾਫੀ ਨਹੀਂ ਗਾ ਜਿੰਨਾ ਦੇਣਾ ਚਾਹੀਦਾ ਹੈ। ਹੁਣ ਜਿਸ ਤਰ੍ਹਾਂ ਆਪਾਂ ਦਾਲਾਂ ਦੀ ਗੱਲ ਕੀਤੀ ਵੀ ਆਪਣੇ ਦਾਲਾਂ ਬਹੁਤ ਵੱਡੀ ਮਾਤਰਾ 'ਚ ਬਾਹਰੋਂ ਐਕਸਪੋਰਟ ਕਰਨੀਆਂ ਪੈਂਦੀਆਂ, ਬਿਲਕੁਲ, ਪਰ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਕਿਸਾਨ ਹੈ, ਇਹਨਾਂ 'ਚ ਨਾ ਤਾਂ ਕੋਈ ਟੈਲੈਂਟ ਦੀ ਕਮੀ ਹੈ, ਨਾ ਕੋਈ ਮਿਹਨਤ ਦੀ ਕਮੀ ਹੈ ਜੀ। ਤੁਸੀਂ ਦੇਖੋ ਵੀ ਇਹਨਾਂ ਨੇ ਬਾਹਰਲੇ ਦੇਸ਼ਾਂ, ਫੋਰਨ ਕੰਟਰੀ ਦੇ ਵਿੱਚ ਜਾ ਕੇ ਵੀ ਉੱਥੇ ਸਿੱਕੇ ਕਾਇਮ ਆਦੇ ਝੰਡੇ ਗੱਡੇ ਹੈ। ਬਿਲਕੁਲ। ਤੇ ਜਿਸ ਤਰ੍ਹਾਂ ਹੁਣ ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੀ ਇੱਥੋਂ ਦੀ ਪੌਣ ਪਾਣੀ ਹੈ ਜਾਂ ਮਿੱਟੀ ਹੈ, ਤਕਰੀਬਨ ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਮਿੱਟੀ ਮਿਲੂਗੀ, ਹਰ ਤਰ੍ਹਾਂ ਦਾ ਮੌਸਮ ਵਾਤਾਵਰਨ ਮਿਲੂਗਾ। ਸਹੀ। ਤੇ ਮੇਰਾ ਮੰਨਣਾ ਹੈ ਵੀ ਤਕਰੀਬਨ ਦੁਨੀਆ ਦੀਆਂ 99% ਜਿਹੜੀਆਂ ਕੋਈ ਵੀ ਤਰ੍ਹਾਂ ਦੀਆਂ ਫਸਲਾਂ ਹੈ ਜਾਂ ਫਲ ਫਰੂਟ ਕੁਝ ਵੀ ਹੈ ਉਹ ਇੱਥੇ ਪੈਦਾ ਕੀਤੇ ਜਾ ਸਕਦੇ ਹੈ ਜੇ ਸਰਕਾਰਾਂ ਇਸ ਵੱਲ ਧਿਆਨ ਦੇਣ। ਇਸ ਨਾਲ ਥੋੜ੍ਹੀ ਕਿਸਾਨੀ ਵੀ ਜਿਹੜੀ ਇਹ ਸੰਕਟ 'ਚੋਂ ਨਿਕਲੇਗੀ ਬਾਹਰ, ਤੇ ਆਮਦਨ ਵੀ ਸਰਕਾਰਾਂ ਦੀ ਵਧੇਗੀ ਤੇ ਸੂਬੇ ਸਟੇਟ ਦੀ ਵੀ ਵਧੇਗੀ। ਤੇ ਜਿਹੜੀ ਤੁਸੀਂ ਮੂੰਗੀ ਦੀ ਗੱਲ ਕੀਤੀ ਹੈ, ਹੁਣ ਮੂੰਗੀ ਦਾ ਤਕਰੀਬਨ ਤੁਹਾਨੂੰ ਇਸ ਵਾਰ 7275 ਰੁਪਏ MSP ਬਣਿਆ ਹੈ, ਤੇ MP ਸਰਕਾਰ ਇਹ ਤੋਂ ਖਰੀਦ ਵੀ ਸ਼ੁਰੂ ਕਰ ਚੁੱਕੀ ਹੈ। ਇਸੇ ਤਰ੍ਹਾਂ ਹੀ ਮੈਂ ਤਾਂ ਅਪੀਲ ਕਰਦਾ ਵੀ ਸਾਡੀ ਪੰਜਾਬ ਗੌਰਮੈਂਟ ਨੂੰ ਵੀ ਇਹ 'ਤੇ MSP 'ਤੇ ਖਰੀਦ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਕਿ ਇਸ ਤੋਂ ਉਤਸ਼ਾਹਿਤ ਹੋ ਕੇ ਹੋਰ ਵੀ ਜਿਹੜੇ ਕਿਸਾਨ ਇਸ ਵੱਲ ਆਉਣ, ਅਤੇ ਅਸੀਂ ਜਿਹੜੇ ਇਕੱਲੇ ਕਣਕ ਝੋਨੇ ਦੇ ਫਸਲੀ ਚੱਕਰ 'ਚੋਂ ਵੀ ਹੌਲੀ ਹੌਲੀ ਨਿਕਲ ਗਏ ਅਤੇ ਇਸ ਤਰ੍ਹਾਂ ਦੀਆਂ ਹੋਰ ਫਸਲਾਂ ਵੱਲ ਆਈਏ। ਹਾਂਜੀ, ਇੱਕ ਬੁੱਟਰ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਇੱਕ ਤੁਹਾਡੇ ਰਾਹੀਂ ਤੁਹਾਡੇ ਦਰਸ਼ਕਾਂ ਸ਼ੇਅਰ ਕਰਨਾ ਚਾਹੁੰਦਾ, ਅਤੇ ਸਰਕਾਰਾਂ ਨੂੰ ਵੀ ਅਪੀਲ ਕਰਦਾ ਹੈ ਵੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਆਪਾਂ ਵੀ ਆਪਣੀ ਜਿਹੜੀ ਇੱਥੋਂ ਦੀ ਮਿੱਟੀ ਪੌਣ ਪਾਣੀ ਹੈ ਵੀ ਇੱਥੇ ਤਕਰੀਬਨ ਹਰ ਤਰ੍ਹਾਂ ਦੀ ਫਸਲ ਉਗਾਈ ਜਾ ਸਕਦੀ ਹੈ, ਅਤੇ ਜੇ ਸਰਕਾਰਾਂ ਥੋੜ੍ਹਾ ਜਿਹਾ ਇਸ ਵੱਲ ਧਿਆਨ ਦੇਣ ਵੀ ਜਿਸ ਤਰ੍ਹਾਂ ਆਪਣਾ ਪੰਜਾਬ ਹੈ ਇਹਦੇ ਵੱਖ-ਵੱਖ ਜ਼ੋਨ ਬਣਾ ਦਿੱਤੇ ਜਾਣ। ਮੰਨ ਲਓ ਵੀ ਕੁਛ ਏਰੀਆ ਜਿੱਥੇ ਥੋੜ੍ਹਾ ਰਤੀਲਾ ਹੈ ਉੱਥੇ ਉਸ ਤਰ੍ਹਾਂ ਦੀਆਂ 2-3 ਫਸਲਾਂ ਨੋਟੀਫਾਈ ਕਰਕੇ ਉਹਨਾਂ ਨੂੰ ਕਿਸਾਨਾਂ ਨੂੰ ਜਿਹੜੀਆਂ ਬਜਾਈਆਂ ਜਾਣ, ਅਤੇ ਉਹਨਾਂ ਦਾ ਮੰਡੀਕਰਨ ਉੱਥੇ ਹੀ ਉਹਨਾਂ ਨੂੰ ਪੂਰਾ ਰੇਟ ਦੇ ਕੇ ਉੱਥੇ ਲੋਕਲ ਲੈਵਲ 'ਤੇ ਕੀਤਾ ਜਾਵੇ। ਜਿੱਥੇ ਆਪਣੇ ਹੁਣ ਥੋੜ੍ਹਾ ਪਹਾੜੀ ਏਰੀਆ ਪੈਂਦਾ ਉੱਥੇ ਉਸ ਤਰ੍ਹਾਂ ਦੀਆਂ ਫਸਲਾਂ, ਜਿੱਥੇ ਹੁਣ ਕਾਲੀ ਮਿੱਟੀ ਵੀ ਹੈ, ਲਾਲ, ਹਰ ਤਰ੍ਹਾਂ ਦਾ ਹੈ, ਉਹ ਜ਼ੋਨ ਬਣਾ ਕੇ ਉਹਨਾਂ ਨੂੰ ਨੋਟੀਫਾਈ ਵੀ ਕਿਹੜੀ ਫਸਲ ਇੱਥੇ ਜ਼ਿਆਦਾ ਹੋ ਸਕਦੀ ਹੈ ਅਤੇ ਚੰਗੀ ਕੁਆਲਿਟੀ ਦੀ, ਉਹਦੇ ਜ਼ੋਨ ਬਣਾ ਕੇ ਉਹਨਾਂ ਨੂੰ ਉੱਥੇ ਹੀ ਉਹ ਫਸਲਾਂ ਬਜਾਈਆਂ ਜਾਣ। ਸਰਪੰਚ ਸਾਹਿਬ, ਲਗਭਗ 20 ਏਕੜ ਤੁਸੀਂ ਮੂੰਗੀ ਦੀ ਬਿਜਾਈ ਕੀਤੀ ਹੋਈ ਹੈ, ਮੂੰਗੀ ਤੁਹਾਡੀ ਵਧੀਆ ਖੜੀ ਹੈ, ਝਾੜ ਚੰਗਾ ਹੋਣ ਦੀ ਤੁਹਾਨੂੰ ਉਮੀਦ ਹੈ, ਨਾਲੋਂ ਨਾਲ ਤੁਸੀਂ ਦੱਸਿਆ ਕਿ ਮੰਡੀਕਰਨ ਦੀ ਵੀ ਤੁਹਾਨੂੰ ਕੋਈ ਸਮੱਸਿਆ ਨਹੀਂ, ਹੌਸਲੇ ਤੁਹਾਡੇ ਬੁਲੰਦ ਹੈ। ਅਗਲੇ ਸਾਲ ਤੁਸੀਂ ਕਿਹਾ ਵੀ ਮੈਂ ਇਸ ਗੱਲ ਨੂੰ ਫਿਰ ਜਾਰੀ ਰੱਖਣਾ ਹੈ ਨਾ, ਅਤੇ ਤੁਹਾਡੀ ਗੱਲਬਾਤ ਨੂੰ ਵੱਡੀ ਗਿਣਤੀ ਦੇ ਵਿੱਚ ਸਾਡੇ ਦਰਸ਼ਕ ਦੇਖ ਰਹੇ ਹੈ, ਸੁਣ ਰਹੇ ਹੈ। ਤੁਹਾਡੀਆਂ ਗੱਲਾਂ ਬਾਤਾਂ ਤੋਂ ਉਹ ਸਿੱਖਿਆ ਵੀ ਲੈਣਗੇ, ਸੇਧ ਵੀ ਲੈਣਗੇ, ਪ੍ਰੇਰਿਤ ਵੀ ਹੋਣਗੇ, ਪ੍ਰਭਾਵਿਤ ਵੀ ਹੋਣਗੇ। ਤਾਂ ਫਿਰ ਵੀ ਜੇ ਕੋਈ ਕਿਸਾਨ ਤੁਹਾਡੇ ਕੋਲੇ ਆਉਂਦਾ ਹੈ ਅਤੇ ਮੂੰਗੀ ਦੀ ਉਹ ਕਾਸ਼ਤਕਾਰੀ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਉਹਦੀ ਕੀ ਮਦਦ ਕਰੋਗੇ? ਬਿਲਕੁਲ ਬੁੱਟਰ ਸਾਹਿਬ, ਅਗਰ ਮੇਰੇ ਕੋਲੇ ਕੋਈ ਸਾਡਾ ਕਿਸਾਨ ਭਰਾ ਉਤਸ਼ਾਹਿਤ ਹੋ ਕੇ ਇਸ ਪਾਸੇ ਆਉਣਾ ਚਾਹੁੰਦਾ ਹੈ ਤਾਂ ਮੈਂ ਉਹਦੀ ਜੋ ਵੀ ਮਦਦ ਹੈ ਜੀ ਫੁੱਲ ਮਦਦ ਕਰਾਂਗਾ, ਚਾਹੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਬੀਜ ਚਾਹੀਦਾ ਹੈ ਜਾਂ ਕੋਈ ਵੀ ਜੋ ਮੈਂ ਕਰ ਸਕਦਾ ਜੀ, ਉਹਦੇ ਲਈ ਮੈਂ ਤਿਆਰ ਹਾਂ ਜੀ। ਸਰਪੰਚ ਸਾਹਿਬ, ਸਾਡੀਆਂ ਦੁਆਵਾਂ, ਸਾਡੇ ਚੈਨਲ ਦੀਆਂ ਦੁਆਵਾਂ, ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ ਕਿ ਤੁਹਾਨੂੰ ਤੁਹਾਡੇ ਮਿਸ਼ਨ ਦੇ ਵਿੱਚ, ਤੁਹਾਨੂੰ ਤੁਹਾਡੀ ਖੇਤੀ ਦੇ ਵਿੱਚ ਅਤੇ ਤੁਹਾਨੂੰ ਤੁਹਾਡੀ ਮੂੰਗੀ ਦੀ ਕਾਸ਼ਤਕਾਰੀ ਦੇ ਵਿੱਚ ਤਰੱਕੀ ਮਿਲੇ, ਪ੍ਰਮਾਤਮਾ ਤੁਹਾਨੂੰ ਸਫਲਤਾ ਬਖਸ਼ੇ। ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬੁੱਟਰ ਸਾਹਿਬ ਅਤੇ ਤੁਹਾਡੀ ਸਾਰੀ ਟੀਮ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ, ਤਾਂ ਕਿ ਤੁਹਾਡੇ ਜ਼ਰੀਏ ਹੋਰ ਵੀ ਸਾਡੇ ਕਿਸਾਨ ਭਰਾ ਇਸ ਚੀਜ਼ ਦਾ ਫਾਇਦਾ ਉਠਾ ਸਕਣ, ਇਸ ਲਈ ਤੁਹਾਡਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਜੀ। ਸੋ ਕਿਸਾਨ ਵੀਰੋ, ਸਾਡਾ ਜਿਹੜਾ ਪ੍ਰਮੁੱਖ ਮਕਸਦ ਸਰਦਾਰ ਸਤਵਿੰਦਰ ਸਿੰਘ ਭਾਗੂ ਦੇ ਨਾਲ, ਮਾਨ ਸਾਹਿਬ ਦੇ ਨਾਲ, ਸਰਪੰਚ ਸਾਹਿਬ ਦੇ ਨਾਲ ਇਹ ਮੁਲਾਕਾਤ ਸੁਣਾਉਣ ਦਾ ਇਹੀ ਹੈ
ਕਿ ਅਸੀਂ ਵੀ ਕੋਸ਼ਿਸ਼ ਇਹ ਕਰੀਏ ਕਿ ਆਪਣੇ ਜਿਹੜੇ ਖਰਚੇ ਆ ਉਹ ਘਟਾਈਏ, ਆਪਣੀ ਆਮਦਨ ਵਧਾਈਏ, ਫਸਲੀ ਵਿਭਿੰਨਤਾ ਅਪਣਾਈਏ, ਵੱਧ ਤੋਂ ਵੱਧ ਫਸਲਾਂ ਪੈਦਾ ਕਰੀਏ, ਆਰਥਿਕ ਤੌਰ 'ਤੇ ਲਾਹਾ ਲਈਏ, ਨਾਲੋਂ ਨਾਲ ਆਪਣੀ ਜਿਹੜੀ ਜ਼ਮੀਨ ਹੈ ਉਹਦੀ ਸਿਹਤ ਨੂੰ ਬਰਕਰਾਰ ਵੀ ਰੱਖੀਏ, ਮੰਡੀ ਦੀਆਂ ਲੋੜਾਂ ਵੀ ਪੂਰੀਆਂ ਕਰੀਏ। ਸੋ ਸਾਨੂੰ ਆਸ ਹੈ, ਉਮੀਦ ਹੈ ਕਿ ਅੱਜ ਦੀ ਜਿਹੜੀ ਇਹ ਗੱਲਬਾਤ ਹੈ ਤੁਹਾਨੂੰ ਚੰਗੀ ਲੱਗੀ ਹੋਊਗੀ। ਜੇ ਚੰਗੀ ਲੱਗੀ ਤਾਂ ਫਿਰ ਹੋਰਨਾਂ ਨਾਲ ਵੀ ਸ਼ੇਅਰ ਕਰਨੀ। ਤੁਹਾਡਾ ਬਹੁਤ ਬਹੁਤ ਧੰਨਵਾਦ।